ਜੇਕਰ ਰਾਤ ਵੇਲੇ ਖਾਣਾ ਖਾਣ ਤੋਂ ਫੌਰਨ ਬਾਅਦ ਜਾਂ ਕੁਝ ਕੁ ਮਿੰਟਾਂ ਬਾਅਦ ਜਾਂ ਕੁਝ ਅੱਧੇ ਘੰਟੇ ਪੌਣੇ ਘੰਟੇ ਬਾਅਦ ਅਸੀਂ ਗ੍ਰਸਤ ਕਰਦੇ ਹਾਂ ਆਪਣੇ ਸਾਥੀ ਨਾਲ, ਤਾਂ ਸਾਥੀ ਨੂੰ ਵੀ ਔਰ ਖੁਦ ਨੂੰ ਵੀ ਤੇ ਰੋਗ ਲੱਗਣ ਦੇ, ਬਿਮਾਰੀਆਂ ਲੱਗਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਮੈਂ ਰੋਟੀ ਖਾਧੀ, ਇੰਟਰਕੋਰਸ ਕਰ ਲਿਆ ਤੇ ਫਿਰ ਕਹੀ ਜਾਂਦੇ ਮੈਨੂੰ ਸ਼ੂਗਰ ਹੋਈ ਜਾਂਦੀ ਹੈ, ਮੇਰੇ ਗੋਡੇ ਦੁਖੀ ਜਾਂਦੇ ਆ। ਇੰਟਰਕੋਰਸ ਕੀਤਾ 5 ਮਿੰਟ ਬਾਅਦ ਪਾਣੀ ਪੀ ਲਿਆ, ਹਵਾ ਭਰ ਜਾਣੀ ਹੈ। ਇੰਟਰਕੋਰਸ ਕੀਤਾ, ਲੇਡੀਜ਼ ਨੇ ਪਾਣੀ ਦਾ ਗਲਾਸ ਪੀ ਲਿਆ, ਉਹਨਾਂ ਨੂੰ ਭਾਰ ਦੀ ਸ਼ਿਕਾਇਤ ਹੋਈ ਜਾਣੀ ਹੈ, ਬੱਚਾਦਾਨੀ ਥੱਲੇ ਆ ਜਾਣੀ ਹੈ, ਬੱਚਾਦਾਨੀ ਦਾ ਮੂੰਹ ਥੱਲੇ ਆ ਜਾਣਾ ਗਾ। ਇਹਦੇ ਨਾਲ ਨਾਲ ਚਮੜੀ ਦੇ ਰੋਗ ਲੱਗਣੇ ਸ਼ੁਰੂ ਹੋਣੇ ਆ। ਜਦੋਂ ਤੁਸੀਂ ਇੰਟਰਕੋਰਸ ਕਰ ਲਿਆ ਉਦੋਂ ਬਾਅਦ ਨਹਾਉਣਾ ਕਿਉਂ ਜ਼ਰੂਰੀ ਹੈ? ਜੇਕਰ ਤੁਹਾਡੀ ਗ੍ਰਸਤੀ ਦਾ ਸੈਕਸ ਕਰਨ ਦਾ ਵੇਲਾ ਸਹੀ ਨਹੀਂ ਹੈ ਤਾਂ ਉਸ ਨਾਲ ਵੀ ਬਿਮਾਰੀਆਂ ਹੋ ਸਕਦੀਆਂ ਨੇ ਜੀ ਬੰਦੇ ਨੂੰ। ਮੈਂ ਤਾਂ ਬੜਾ ਹੈਰਾਨ ਹੋਇਆ ਤੁਹਾਡੇ ਮੂੰਹੋਂ ਇਹ ਗੱਲ ਸੁਣ ਕੇ ਜੀ। ਇਹ ਗ੍ਰੰਥ ਬੋਲਦੇ ਆ ਕਿ ਦਿਨੇ ਗ੍ਰਸਤ ਕਰਨ ਵਾਲਾ ਬੰਦਾ 70 ਤੋਂ 80% ਤੱਕ ਨਾਮਰਦ ਹੋ ਜਾਂਦਾ। ਕਿਉਂ? ਇਹ ਇੱਕ ਐਸਾ ਗ੍ਰੰਥ ਹੈ ਜਿਹਨੇ ਐਡੀ ਵੱਡੀ ਰੋਸ਼ਨੀ ਫੈਲਾਈ ਹੈ ਗ੍ਰਸਤ ਦੀ ਜ਼ਿੰਦਗੀ ਦੇ ਵਿੱਚ। ਅੱਜ ਤੋਂ ਤਕਰੀਬਨ 150 ਸਾਲ ਪਹਿਲਾਂ ਇਹ ਗ੍ਰੰਥ ਲਿਖਿਆ ਗਿਆ ਹੈ ਔਰ ਇਹਦੇ ਵਿੱਚ ਜਿਹੜੇ ਗ੍ਰਸਤ ਦੇ ਮਾਰਗ ਦੱਸੇ ਗਏ ਹੈ। ਗ੍ਰੰਥ ਇਹ ਗੱਲ ਕਹਿੰਦੇ ਆ ਕਿ 6 ਘੰਟੇ ਪਹਿਲਾਂ ਦੀ ਤੜਫ ਤੁਹਾਡੇ ਗ੍ਰਸਤ ਨੂੰ ਉਹ ਸੰਤੁਸ਼ਟ ਸੈਕਸ ਦਿੰਦੀ ਹੈ ਜਿਹੜੀ ਇੱਕ ਯਾਦਗਾਰ ਸੈਕਸ। ਕਿ ਨਿਆਣਾ ਨਾ ਖੜਕਾ ਦੇਵੇ ਦਰਵਾਜ਼ਾ, ਲਾਈਟ ਬੰਦ ਨਹੀਂ ਕੀ, ਕੋਈ ਆ ਨਾ ਜਾਵੇ, ਕਿਉਂਕਿ ਸਿੰਗਲ ਪਿਨ ਡ੍ਰੌਪ ਜਿੰਨਾ ਵੀ ਖੜਕਾ ਜਿਹੜਾ ਉਹ ਤੁਹਾਡੇ ਗ੍ਰਸਤੀ ਜ਼ਿੰਦਗੀ ਨੂੰ ਡਿਸਟਰਬ ਕਰਦਾ। ਜਿਹੜਾ ਬੰਦਾ ਸੰਤੁਸ਼ਟ ਸੈਕਸ ਕਰਨਾ ਚਾਹੁੰਦਾ ਹੈ ਤੇ ਸਾਰੀ ਜ਼ਿੰਦਗੀ ਇਹ ਚਾਹੁੰਦਾ ਹੈ ਕਿ ਮੈਨੂੰ ਰੋਗ ਨਾ ਲੱਗੇ, ਖਾਸ ਕਰਕੇ ਸੈਕਸ ਦਾ ਕੋਈ ਰੋਗ ਨਾ ਲੱਗੇ। ਸਤਿ ਸ਼੍ਰੀ ਅਕਾਲ ਜੀ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਅਸੀਂ ਬੜਾ ਹੀ ਸੰਵੇਦਨਸ਼ੀਲ ਅਤੇ ਗੰਭੀਰਤਾ ਵਾਲਾ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਅਸੀਂ ਡਾਕਟਰ ਜਿਹੜੇ ਵੈਦ ਨੇ ਸਾਡੇ ਜਗਦੀਪ, ਉਹਨਾਂ ਕੋਲ ਬੈਠੇ ਸੀ ਤੇ ਬੈਠੇ ਬੈਠੇ ਸਾਡੀ ਚਰਚਾ ਹੋਈ। ਚਰਚਾ ਕਿੱਥੇ ਜਾ ਕੇ ਟਿਕੀ ਤੇ ਵੈਦ ਸਾਹਿਬ ਦਾ ਇਹ ਮੰਨਣਾ ਹੈ ਕਿ ਜੇਕਰ ਬੰਦਾ ਅਸੰਤੁਸ਼ਟ ਸੈਕਸ ਹੈ ਜਿਹੜਾ ਉਹ ਕਰਦਾ ਹੈ ਤਾਂ ਉਸ ਨਾਲ ਇੰਨੀਆਂ ਜ਼ਿਆਦਾ ਬਿਮਾਰੀਆਂ, ਇੰਨੀਆਂ ਜ਼ਿਆਦਾ ਸਰੀਰਕ ਦਿੱਕਤਾਂ ਉਸ ਨੂੰ ਲੱਗ ਸਕਦੀਆਂ ਨੇ ਕਿ ਉਸ ਨੂੰ ਸਮਝ ਨਹੀਂ ਲੱਗਦਾ ਕਿ ਕਦੋਂ ਉਹ ਪਹਿਲਾਂ ਰੋਗੀ ਹੁੰਦਾ, ਫਿਰ ਮਨੋਰੋਗੀ ਹੁੰਦਾ ਤੇ ਫਿਰ ਉਸ ਤੋਂ ਬਾਅਦ ਸਰੀਰ ਹੈ ਜਿਹੜਾ ਉਹਦਾ ਰੋਗਾਂ ਦਾ ਘਰ ਬਣ ਜਾਂਦਾ ਹੈ। ਸੋ ਅਸਲ ਦੇ ਵਿੱਚ ਉਹਨਾਂ ਨੇ ਅੱਜ ਜਿਹੜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਗ੍ਰਸਤ ਦਾ ਮਾਰਗ ਕੀ ਹੋਣਾ ਚਾਹੀਦਾ ਹੈ, ਕਿਸ ਤਰੀਕੇ ਨਾਲ ਉਹਦੀ ਟਾਈਮਿੰਗ ਕੀ ਹੋਣੀ ਚਾਹੀਦੀ ਹੈ, ਦਿਨ ਹੋਣਾ ਚਾਹੀਦਾ ਹੈ, ਰਾਤ ਹੋਣਾ ਚਾਹੀਦਾ ਹੈ, ਕਿਹੋ ਜਿਹਾ ਮਾਹੌਲ ਹੋਣਾ ਚਾਹੀਦਾ। ਜੇਕਰ ਅਸੀਂ ਇਹਨਾਂ ਗੱਲਾਂ ਦਾ ਖਿਆਲ ਨਹੀਂ ਰੱਖਦੇ ਤਾਂ ਬਹੁਤ ਸਾਰੀਆਂ ਦਿੱਕਤਾਂ, ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਸਾਨੂੰ ਲੱਗ ਸਕਦੀਆਂ ਨੇ। ਇਸੇ ਵਿਸ਼ੇ ਨੂੰ ਅਸੀਂ ਅੱਜ ਅੱਗੇ ਵਧਾਵਾਂਗੇ। ਬੜੀ ਇੰਟਰਸਟਿੰਗ ਜਿਹੜੀ ਇਹ ਗੱਲਬਾਤ ਹੋਣ ਵਾਲੀ ਹੈ। ਅਸੀਂ ਪਹੁੰਚੇ ਹਾਂ ਹਮੇਸ਼ਾ ਦੀ ਤਰ੍ਹਾਂ ਦੁਨੀਆ ਦੇ ਨਾਮਵਰ ਵੈਦ ਜਗਦੀਪ ਜੀ ਹੋਰਾਂ ਕੋਲ। ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਅਸੀਂ ਗ੍ਰਸਤੀ ਦਾ ਇੱਕ ਮਾਰਗ ਜਿਹੜਾ ਸਾਨੂੰ ਕੁਦਰਤ ਨੇ ਦਰਸਾਇਆ ਹੋਇਆ, ਕੁਦਰਤ ਨੇ ਸਾਨੂੰ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ, ਸਾਡੇ ਸਰੀਰ ਨੇ ਸਾਨੂੰ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ, ਅਗਰ ਉਹ ਨਹੀਂ ਅਸੀਂ ਚੂਜ਼ ਕਰਦੇ, ਉਸ ਨੂੰ ਨਹੀਂ ਫੜਦੇ ਤਾਂ ਕਿਹੋ ਜਿਹੀਆਂ ਬਿਮਾਰੀਆਂ ਔਰ ਕਿਹੋ ਜਿਹਾ ਮਨ ਦੀ ਅਵਸਥਾ ਜਿਹੜੀ ਬੰਦੇ ਦੀ ਉਹ ਹੋ ਜਾਂਦੀ ਹੈ। ਵੈਦ ਜੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਜੀ। ਸਤਿ ਸ਼੍ਰੀ ਅਕਾਲ ਫਾਰੂਕੀ ਸਾਹਿਬ, ਤੁਹਾਡੇ ਤੇ ਤੁਹਾਡੇ ਦਰਸ਼ਕਾਂ ਦਾ ਪਰਮਾਤਮਾ ਸਾਰਿਆਂ ਨੂੰ ਲੰਮੀ ਉਮਰ ਬਖਸ਼ੇ, ਸੱਚੇ ਪਾਤਸ਼ਾਹ ਖੁਸ਼ੀਆਂ ਬਖਸ਼ਣ ਜੀ। ਜੀ ਵੈਦ ਜੀ, ਆਪਾਂ ਅੱਜ ਗੱਲ ਕਰ ਰਹੇ ਸੀ ਬੈਠੇ ਬੈਠੇ, ਇਹ ਬੜਾ ਨਿਵੇਕਲਾ ਵਿਸ਼ਾ ਜਿਹੜਾ ਉਹ ਨਿਕਲਿਆ ਕਿ ਜੇਕਰ ਤੁਹਾਡੀ ਗ੍ਰਸਤੀ ਦਾ ਸੈਕਸ ਕਰਨ ਦਾ ਵੇਲਾ ਸਹੀ ਨਹੀਂ ਹੈ ਤਾਂ ਉਸ ਨਾਲ ਵੀ ਬਿਮਾਰੀਆਂ ਹੋ ਸਕਦੀਆਂ ਨੇ ਜੀ ਬੰਦੇ ਨੂੰ। ਮੈਂ ਤਾਂ ਬੜਾ ਹੈਰਾਨ ਹੋਇਆ ਤੁਹਾਡੇ ਮੂੰਹੋਂ ਇਹ ਗੱਲ ਸੁਣ ਕੇ ਜੀ। ਫਾਰੂਕੀ ਸਾਹਿਬ, ਦੁਨੀਆ ਦੇ ਉੱਤੇ ਸਮੇਂ-ਸਮੇਂ 'ਤੇ ਪਰਮਾਤਮਾ ਨੇ ਬਹੁਤ ਸਾਰੇ ਬੰਦੇ, ਵੈਦ, ਹਕੀਮ, ਖੁਦ ਸੱਚੇ ਪਾਤਸ਼ਾਹ ਵੀ ਦੁਨੀਆ 'ਤੇ ਆਏ। ਸਮੇਂ-ਸਮੇਂ 'ਤੇ ਨਬੀ ਵੀ ਆਉਂਦੇ ਰਹੇ ਆ ਸਾਰੇ ਧਰਮਾਂ ਦੇ। ਜਿਵੇਂ ਜਿਵੇਂ ਦੁਨੀਆ ਦਾ ਚਾਨਣ ਵਧਾਉਣ ਵਾਸਤੇ, ਰੋਸ਼ਨੀ ਹਨੇਰੇ ਨੂੰ ਖ਼ਤਮ ਕਰਨ ਵਾਸਤੇ, ਉਹੋ ਜਿਹੀ ਜਿਵੇਂ ਈਸਾ ਸਾਹਿਬ ਆਏ ਨੇ, ਫਿਰ ਮੁਹੰਮਦ ਸਾਹਿਬ ਆਏ ਨੇ, ਹਿੰਦੂ ਧਰਮ ਦੇ ਵਿੱਚ ਬਹੁਤ ਸਾਰੇ ਲੋਕ ਆਏ ਅਤੇ ਲੇਟੈਸਟ ਗੁਰੂ ਗ੍ਰੰਥ ਸਾਹਿਬ ਦੇ ਨਾਲ ਦੱਸੇ ਗੁਰੂਆਂ ਨੂੰ ਅਸੀਂ ਮੰਨਦੇ ਹਾਂ। ਇਸ ਤਰ੍ਹਾਂ ਦੁਨੀਆ ਦੇ ਵਿੱਚ ਬਿਮਾਰੀਆਂ ਸਮੇਂ-ਸਮੇਂ ਅਨੁਸਾਰ ਰਹੀਆਂ ਨੇ ਅਤੇ ਜਿਹੜੀਆਂ ਬਿਮਾਰੀਆਂ ਰਹੀਆਂ ਨੇ, ਬਿਮਾਰੀਆਂ ਦੇ ਮਾਰਗ ਦੇ ਵਿੱਚ ਗ੍ਰਸਤ ਜਿਹੜਾ ਮਾਰਗ ਆ ਜਿਹਦੇ 'ਤੇ ਆਪਾਂ ਅੱਜ ਵਿਸ਼ੇਸ਼ ਗੱਲ ਕਰਨੀ ਹੈ, ਇਹ ਬੜਾ ਸੈਂਸਿਟਿਵ ਮਾਰਗ ਹੈ ਜੀ।
ਲੋਕਾਂ ਨੂੰ ਗ੍ਰਸਤੀ ਨੂੰ ਲੈ ਕੇ ਅੱਜ ਤੱਕ ਇਹੀ ਗੱਲ ਨਹੀਂ ਸਮਝੇ ਕਿ ਗ੍ਰਸਤ ਦੇ ਮਾਰਗ ਦੇ ਉੱਤੇ ਚੱਲ ਕੇ ਕਿੱਥੇ ਤਾਂ ਆਨੰਦ ਭੋਗਣਾ ਸੀ ਗ੍ਰਸਤ ਦਾ ਤੇ ਕਾਮਯਾਬ ਹੋਣਾ ਸੀਗਾ ਗ੍ਰਸਤੀ ਜ਼ਿੰਦਗੀ ਦੇ ਵਿੱਚ, ਤੇ ਹੋਰ ਪਾਸੇ ਤੋਂ ਨਿਗਾਹ ਬੰਦ ਹੋ ਜਾਣੀ ਚਾਹੀਦੀ ਸੀ। ਪਰ ਅੱਜ ਦਾ ਗ੍ਰਸਤੀ ਵਾਲਾ ਬੰਦਾ ਭੜਕ ਰਿਹਾ, ਤੇ ਉਹ ਭੜਕ ਕਿਉਂ ਰਿਹਾ? ਉਹਦੇ ਭੜਕਣਾ ਇਸ ਕਰਕੇ ਵੀ ਜ਼ਿਆਦਾ ਹੋ ਗਈ ਕਿ ਅਸੰਤੁਸ਼ਟ ਗ੍ਰਸਤ ਆ ਜਿਹੜਾ, ਉਹ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਦੁਬਾਰਾ ਉਤੇਜਨਾ ਪੈਦਾ ਕਰਦਾ ਗਾ ਜੀ। ਅਸੰਤੁਸ਼ਟ ਗ੍ਰਸਤ ਵਾਸਤੇ ਜੇ ਤੁਸੀਂ ਦੇਖੋ, ਬਿਆਜੇ ਕਬੀਰ ਜਿਹੜੇ ਦੁਨੀਆ ਦੇ, ਮੈਂ ਵੀਰ ਜੀ ਹੁਣਾਂ ਨੂੰ ਵੀ ਬੇਨਤੀ ਕਰੂੰਗਾ, ਕੈਮਰਾਮੈਨ ਸਾਹਿਬ ਨੂੰ, ਇਹ ਇੱਕ ਐਸਾ ਗ੍ਰੰਥ ਹੈ ਜਿਹਨੇ ਐਡੀ ਵੱਡੀ ਰੋਸ਼ਨੀ ਫੈਲਾਈ ਹੈ ਗ੍ਰਸਤ ਦੀ ਜ਼ਿੰਦਗੀ ਦੇ ਵਿੱਚ। ਅੱਜ ਤੋਂ ਤਕਰੀਬਨ 150 ਸਾਲ ਪਹਿਲਾਂ ਇਹ ਗ੍ਰੰਥ ਲਿਖਿਆ ਗਿਆ ਔਰ ਇਹਦੇ ਵਿੱਚ ਜਿਹੜੇ ਗ੍ਰਸਤ ਦੇ ਮਾਰਗ ਦੱਸੇ ਗਏ ਹੈ, ਜੇ ਤੁਸੀਂ ਇਸ ਗ੍ਰੰਥ ਨੂੰ ਦੇਖਦੇ ਹੋ ਤਾਂ ਵੱਖਰੇ ਵੱਖਰੇ ਤਰੀਕੇ ਦੇ ਗ੍ਰੰਥ ਪੜ੍ਹ ਕੇ ਵੀ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਗ੍ਰੰਥ ਨੇ, ਕਿਸ ਤਰ੍ਹਾਂ ਦਾ ਚੈਪਟਰ ਆ ਔਰ ਕਿਹੋ ਜਿਹੀ ਜ਼ਿੰਦਗੀ ਗ੍ਰਸਤ ਦੇ ਵਿੱਚ ਜਿਉਣੀ ਚਾਹੀਦੀ ਹੈ। ਲੇਕਿਨ ਆਉਣ ਵਾਲਾ ਸਮਾਂ ਜਿਹੜਾ ਹਜੇ ਵੀ, ਇਸ ਤੋਂ ਬਾਅਦ ਵੀ ਜਿਹੜਾ 500-400 ਸਾਲ ਦੇ ਵਿੱਚ ਲੋਕ ਗ੍ਰਸਤ ਦੇ ਮਰੀਜ਼ ਬਣਨਗੇ, ਉਹ ਸਾਰੀਆਂ ਚੀਜ਼ਾਂ ਇਸ ਗ੍ਰੰਥ ਦੇ ਵਿੱਚ ਦਿੱਤੀਆਂ ਗਈਆਂ ਨੇ। ਇਹਨੂੰ ਪੜ੍ਹ ਕੇ ਪਤਾ ਲੱਗਦਾ ਹੈ, ਸਰਦਾਰ ਕੇਸਰ ਸਿੰਘ ਜੀ ਹੋਣਾ ਨੇ, ਉਹਨਾਂ ਨੂੰ ਕਿਸੇ ਨੇ ਗਿਫਟ ਕੀਤੇ ਸੀ ਇਹ ਗ੍ਰੰਥ। ਇੱਕ ਦੂਸਰਾ ਗ੍ਰੰਥ ਵੀ ਹੈ ਕ੍ਰਿਸ਼ਨ ਦਿਆਲ ਜੀ ਦਾ ਲਿਖਿਆ ਹੋਇਆ, ਗ੍ਰਸਤ ਦੇ ਉੱਤੇ ਹੀ ਹੈ। ਇਹਨਾਂ ਨੂੰ ਪਤਾ ਲੱਗਦਾ ਜਦੋਂ ਪੜ੍ਹਦੇ ਹਾਂ ਆਪਾਂ ਕਿ ਗ੍ਰਸਤ ਕਹਿੰਦੇ ਕਿਹਨੂੰ ਆ, ਗ੍ਰਸਤ ਕਿਹੜੀ ਫੀਲਿੰਗ ਦਾ ਨਾਂ ਆ, ਕਿਸ ਉੱਚ ਕੋਟੀ ਦੇ ਉੱਤੇ ਜਾ ਕੇ ਗ੍ਰਸਤ ਕਰਨਾ ਚਾਹੀਦਾ, ਕਿਹੜੀਆਂ ਫੀਲਿੰਗਸ ਸਾਡੇ ਸਾਰੇ ਤਰ੍ਹਾਂ ਦੇ ਦਰਵਾਜ਼ੇ ਬੰਦ ਕਰਕੇ ਤੇ ਫਿਰ ਗ੍ਰਸਤ ਦੀ ਟਾਕੀ ਖੁੱਲ੍ਹਦੀ ਹੈ। ਉਹਦਾ ਦਰਵਾਜ਼ਾ ਉਦੋਂ ਖੁੱਲ੍ਹਣਾ ਜਦੋਂ ਸਾਰੇ ਦਰਵਾਜ਼ੇ ਬੰਦ ਹੋਣੇ ਆ, ਤੇ ਸਾਰੇ ਦਰਵਾਜ਼ੇ ਮਨ ਦੇ ਵੀ ਬੰਦ ਕਰਨੇ ਪੈਣੇ ਆ, ਕਮਰਿਆਂ ਦੇ ਵੀ ਬੰਦ ਕਰਨੇ ਪੈਣੇ ਆ, ਲਾਈਟਾਂ ਬੰਦ ਕਰਨੀਆਂ ਪੈਣੀਆਂ, ਫਿਰ ਉਹ ਸਪਰਸ਼ ਤੇ ਉਹਦੇ ਭੋਗ ਦੇ ਵਿੱਚ ਜਾਇਆ ਜਾਂਦਾ ਗਾ। ਅੱਜ ਲੋਕ ਮਨੋਵਿਗਿਆਨਿਕ ਤੌਰ ਤੇ ਜਿੱਥੇ ਬਿਮਾਰ ਹੋ ਰਹੇ ਆ, ਉੱਥੇ ਦਿਮਾਗੀ ਖਿਆਲ ਜਿਹੜੇ ਗ੍ਰਸਤ ਕਰ ਰਹੇ ਆ, ਉਹਨਾਂ ਕਰਕੇ ਵੀ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਚਮੜੀ ਦੇ ਰੋਗ, ਆਸਤਿਕ ਸੁਜਾਗ ਦੇ ਮਰੀਜ਼, ਏਡਜ਼ ਵਰਗੀਆਂ ਬਿਮਾਰੀਆਂ ਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਲੋਕ ਮਰੀਜ਼ ਬਣ ਰਹੇ ਆ। ਕਿਉਂਕਿ ਗ੍ਰਸਤ ਦਾ ਜਿਹੜਾ ਰਸਤਾ ਗਾ, ਉਹ ਰਸਤਾ ਨਾ ਸਹੀ ਹੋਣ ਕਰਕੇ, ਸੰਭੋਗ ਕਿਰਿਆ ਨਾ ਸਹੀ ਹੋਣ ਕਰਕੇ, ਔਰ ਇੱਕ ਮਨ ਦੇ ਵਿੱਚ ਜਿਹੜਾ ਗ੍ਰਸਤ ਹਰ ਟਾਈਮ ਕਿਤੇ ਨਾ ਕਿਤੇ ਕਾਮ ਉਤੇਜਨਾ ਵਧਾ ਕੇ ਰੱਖਦਾ ਹੈ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਮੈਟਰ ਹੈ ਉਹ ਤੁਹਾਡੀ ਗ੍ਰਸਤੀ ਜ਼ਿੰਦਗੀ ਨੂੰ ਨਰਕ ਬਣਾਉਂਦਾ। ਸੋ ਵੈਦ ਜੀ, ਤੁਸੀਂ ਇੱਕ ਬੜੀ ਨਿਵੇਕਲੀ ਗੱਲ ਤੁਸੀਂ ਦੱਸੀ ਸੀ। ਤੁਸੀਂ ਦੱਸਿਆ ਸੀ ਕਿ ਜੇਕਰ ਰਾਤ ਵੇਲੇ ਖਾਣਾ ਖਾਣ ਤੋਂ ਫੌਰਨ ਬਾਅਦ ਜਾਂ ਕੁਝ ਕੁ ਮਿੰਟਾਂ ਬਾਅਦ ਜਾਂ ਕੁਝ ਅੱਧੇ ਘੰਟੇ ਪੌਣੇ ਘੰਟੇ ਬਾਅਦ ਅਸੀਂ ਗ੍ਰਸਤ ਕਰਦੇ ਹਾਂ ਆਪਣੇ ਸਾਥੀ ਨਾਲ, ਤਾਂ ਸਾਥੀ ਨੂੰ ਵੀ ਔਰ ਖੁਦ ਨੂੰ ਵੀ ਤੇ ਰੋਗ ਲੱਗਣ ਦੇ, ਬਿਮਾਰੀਆਂ ਲੱਗਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ ਜੀ। ਉਹ ਕਿਵੇਂ ਜੀ? ਮੈਨੂੰ ਸਮਝ ਨਹੀਂ ਆਈ, ਉਹ ਕਿਵੇਂ ਕਹਿ ਰਹੇ ਸੀ ਤੁਸੀਂ ਗੱਲ? ਫਰੂਕੀ ਸਾਹਿਬ, ਜਿਹੜਾ ਇਸ ਗ੍ਰੰਥ ਦੇ ਹਵਾਲੇ ਨਾਲ ਜੇ ਗ੍ਰਸਤ ਦੀ ਗੱਲ ਕਰੀਏ ਤਾਂ ਗ੍ਰਸਤ ਨਿਡਰ, ਨਿਰਪੱਖ ਤੇ ਵਿਸ਼ਾਲ, ਜਿਵੇਂ ਤੁਸੀਂ ਇੱਕ ਆਸਮਾਨ ਦੇ ਥੱਲੇ ਸੁੱਤੇ ਹੋ, ਉਸ ਤਰ੍ਹਾਂ ਦੀ ਫੀਲਿੰਗ ਤੁਹਾਡੇ ਵਿੱਚ ਗ੍ਰਸਤ ਦੇ ਟਾਈਮ 'ਚ ਹੋਣੀ ਚਾਹੀਦੀ ਆ। ਪਹਿਲੀ ਗੱਲ, ਜਿਹੜਾ ਗ੍ਰਸਤ ਅਸੀਂ ਡਰ ਦੇ ਵੇਲੇ ਕਰਦੇ ਹਾਂ, ਉਹ ਸਾਨੂੰ ਨਮਰਦ ਬਣਾਉਂਦਾ ਹੈ। ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ, ਮੈਂ ਤੁਹਾਨੂੰ ਇੱਕ ਸਿੰਪਲ ਉਦਾਹਰਨ, ਫਰਜ਼ ਕਰੋ ਤੁਸੀਂ ਕਿਸੇ ਵਾਈਫ ਦੇ ਨਾਲ ਜਾਂ ਕਿਸੇ ਨਾਲ ਗ੍ਰਸਤ ਕਰ ਰਹੇ ਹੋ ਤੇ ਅੰਦਰ ਡਰ ਚੱਲ ਰਿਹਾ ਵੀ ਕੋਈ ਦੇਖ ਨਾ ਲਵੇ, ਤੇ ਜੇ ਕਿਤੇ ਤੁਹਾਡਾ ਸੈਕਸ ਦਾ ਟਾਈਮ ਉਦੋਂ 2 ਸੈਕਿੰਡ 4 ਸੈਕਿੰਡ 5 ਸੈਕਿੰਡ 'ਚ ਤੁਸੀਂ ਡਿਸਚਾਰਜ ਹੋ ਗਏ ਤੇ ਤੁਹਾਡੇ ਤੇ ਮੋਹਰ ਲੱਗ ਗਈ ਕਿ ਤੁਹਾਡਾ ਗ੍ਰਸਤ ਦਾ ਟਾਈਮ ਇੰਨਾ ਹੀ ਆ ਤੇ ਤੁਸੀਂ ਪਹਿਲੇ ਦਿਨ ਹੀ ਮਰੀਜ਼ ਬਣ ਗਏ। ਦੂਸਰੀ ਗੱਲ ਹੈ ਕਿ ਤੁਹਾਡੀ ਉਤੇਜਨਾ ਉਸ ਪੀਕ ਤੱਕ ਜਾਣੀ ਚਾਹੀਦੀ ਹੈ ਜਿੰਨੀ ਪੀਕ ਤੇ ਤੁਹਾਡਾ ਪਰਿਵਾਰ, ਤੁਹਾਡੀ ਵਾਈਫ ਉਸ ਪੀਕ ਤੱਕ ਪਹੁੰਚੇ, ਗ੍ਰਸਤ ਦੇ ਲੈਵਲ ਤੱਕ। ਜਿਵੇਂ ਤੁਹਾਡੀ ਪੈਨਿਸ ਦੇ ਵਿੱਚੋਂ ਡ੍ਰੌਪਿੰਗ ਆਉਂਦੀ ਹੈ, ਇਸ ਤਰ੍ਹਾਂ ਦੀ ਉਹਨਾਂ ਦੇ ਵਜਾਈਨਾ ਤੋਂ ਡ੍ਰੌਪਿੰਗ ਆਵੇ। ਉਸ ਹੀਟ ਤੱਕ ਜਦੋਂ ਤੱਕ ਨਹੀਂ ਤੁਸੀਂ ਪਹੁੰਚਦੇ, ਉਹਨਾਂ ਚਿਰ ਇੰਟਰਕੋਰਸ ਨਹੀਂ ਕਰਨਾ ਚਾਹੀਦਾ। ਜੇ ਅੰਦਰ ਡਰ ਹੈ ਕਿ ਨਿਆਣਾ ਨਾ, ਉਹਨਾਂ ਨੇ ਸਿੰਪਲ ਤੌਰ 'ਤੇ ਜਦੋਂ ਸਾਡੇ ਅੰਦਰ ਡਰ ਹੈ ਕਿ ਨਿਆਣਾ ਨਾ ਖੜਕਾ ਦੇਵੇ ਦਰਵਾਜ਼ਾ, ਲਾਈਟ ਬੰਦ ਨਹੀਂ ਕੀ, ਕੋਈ ਆ ਨਾ ਜਾਵੇ, ਕਿਉਂਕਿ ਸਿੰਗਲ ਪਿਨ ਡ੍ਰੌਪ ਜਿੰਨਾ ਵੀ ਖੜਕਾ ਜਿਹੜਾ ਉਹ ਤੁਹਾਡੇ ਗ੍ਰਸਤੀ ਜ਼ਿੰਦਗੀ ਨੂੰ ਡਿਸਟਰਬ ਕਰਦਾ। ਅੱਜ ਤੁਸੀਂ ਗ੍ਰਸਤ ਦੇ ਟਾਈਮ 'ਤੇ ਪੂਰੇ ਤਿਆਰ ਹੋਵੋ ਤੇ ਕੱਲੀ ਤੁਹਾਡੇ ਮੋਬਾਈਲ ਦੀ ਬੈਲ ਵੱਜੇ ਤੇ ਸਾਰਾ ਕੰਮ ਹੀ ਉਲਟਾ ਪੁਲਟਾ ਹੋ ਜਾਂਦਾ ਗਾ ਜੀ। ਕਿਉਂਕਿ ਸਪਰਸ਼ ਦਾ ਕਾਰਨ, ਉਹ ਸਪਰਸ਼ ਦੀ ਵੀਡੀਓ ਵੀ ਆਪਾਂ ਬਣਾਈ ਹੈ ਤੇ ਲੋਕਾਂ ਨੇ ਬੜੇ ਸਵਾਲ ਕੀਤੇ ਵੀ ਤੁਸੀਂ ਇਹ ਗੱਲ ਕਿਵੇਂ ਕਰਦੇ ਹੋ। ਇਹ 150 ਸਾਲ ਪਹਿਲਾਂ ਜਿਹੜੇ ਵੈਦ ਜੀ ਨੇ 100 ਸਾਲ ਪ੍ਰੈਕਟਿਸ ਕਰਕੇ ਤੇ ਇਕੱਲੇ ਗ੍ਰਸਤ ਦੇ ਮਰੀਜ਼ ਦੇਖੇ
ਕਿਵੇਂ ਕਿਵੇਂ ਸਪਰਸ਼ ਕਰਦੇ ਆ। ਸਪਰਸ਼ ਜਿਹੜਾ ਗਾ ਉਹ ਤੁਹਾਡੀਆਂ ਅੱਖਾਂ ਕਰਦੀਆਂ ਨੇ ਤੇ ਉਤੇਜਨਾ ਤੁਹਾਡੀ ਇੰਦਰੀ ਦੇ ਵਿੱਚ ਆਉਂਦੀ ਹੈ। ਫੋਨ ਦੇ ਵਿੱਚ ਤੁਸੀਂ ਪੋਰਨ ਮੂਵੀ ਦੇਖਦੇ ਹੋ ਤੇ ਸਟਾਰਟ ਤੁਹਾਡੀ ਇੰਦਰੀ ਹੁੰਦੀ ਹੈ। ਪਾਠ ਤੁਸੀਂ ਜੀਭ ਤੋਂ ਕਰਦੇ ਹੋ ਤੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਦਵਾਈ ਤੁਸੀਂ ਮੂੰਹ ਤੋਂ ਖਾਂਦੇ ਹੋ ਤੇ ਗੋਡਾ ਹਟ ਜਾਂਦਾ ਗਾ ਜੇ ਗੋਡੇ ਦੀ ਦਵਾਈ ਖਾਧੀ ਹੈ। ਗ੍ਰਸਤ ਦਾ ਵੀ ਇਵੇਂ ਜਿਵੇਂ ਸਪਰਸ਼ ਆ, ਜਦੋਂ ਇਹ ਸਾਰੇ ਸਰੀਰ ਦੀਆਂ ਇੰਦਰੀਆਂ ਤੁਹਾਡੀਆਂ ਬੰਦ ਹੋ ਜਾਂਦੀਆਂ ਨੇ ਉਦੋਂ ਜਾ ਕੇ ਇੰਦਰੀ ਦਾ ਦਰਵਾਜ਼ਾ ਖੁੱਲ੍ਹਦਾ ਗਾ। ਇੰਨਾ ਸੈਂਸਿਟਿਵ ਪਾਰਟ ਆ ਸੈਕਸ। ਦੂਸਰੀ ਗੱਲ ਹੈ ਕਿ ਅਸੀਂ ਸੈਕਸ ਦੇ ਵਿੱਚ ਜਿੱਥੇ ਆ ਕੇ ਬਹੁਤ ਵੱਡੇ ਤਾਦਾਦ ਦੇ ਵਿੱਚ ਮਰੀਜ਼ ਬਣ ਰਹੇ ਹਾਂ। ਰੋਟੀ ਖਾਧੀ ਤੇ ਅੱਧੇ ਘੰਟਾ ਬੱਚਿਆਂ ਦੀ ਵੇਟ ਕਰੀ ਜਾਂਦੇ, ਸਪਰਸ਼ ਕੋਈ ਨਹੀਂ ਗਾ ਪਰ ਕੱਲੀ ਵੇਟ ਹੋ ਰਹੀ ਆ, ਉਡੀਕ ਕਰ ਰਿਹਾ, ਚੌਂਕੀਦਾਰ ਵਾਂਗੂ ਬੈਠਾ ਬੰਦਾ ਵੀ ਹੁਣ ਨਿਆਣੇ ਕਦੋਂ ਸੌਣਗੇ, ਬੱਚੇ ਕਦੋਂ ਸੌਣਗੇ ਤੇ ਮੈਂ ਆਪਣਾ ਇੰਟਰਕੋਰਸ ਕਰਨਾ ਗਾ। ਉਹ ਗ੍ਰਸਤ ਜਿਹੜਾ ਕਦੇ ਵੀ ਤੁਹਾਨੂੰ ਸੰਤੁਸ਼ਟ ਗ੍ਰਸਤ ਨਹੀਂ ਦਊਗਾ। ਬਹੁਤੇ ਬੰਦੇ ਪਰਿਵਾਰ ਵੱਡਾ ਗਾ ਉੱਥੇ ਗ੍ਰਸਤ ਨਹੀਂ ਕਰ ਪਾਉਂਦੇ, ਸਪਰਸ਼ ਨਹੀਂ ਆਉਂਦਾ ਉਹਨਾਂ ਦੇ ਵਿੱਚ। ਦੂਸਰੀ ਗੱਲ ਹੈ ਤੁਸੀਂ ਆਪਣਾ ਡਿਸਚਾਰਜ, ਖਾਸ ਕਰਕੇ ਮੈਂ ਬੰਦਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਸਪਰਸ਼ ਤੁਹਾਨੂੰ ਚਾਹੀਦਾ ਉਹੀ ਸਪਰਸ਼ ਤੁਹਾਡੇ ਪਰਿਵਾਰ ਨੂੰ ਚਾਹੀਦਾ। ਤੁਸੀਂ ਡਿਸਚਾਰਜ ਜਲਦੀ ਹੋ ਗਏ, ਵਾਈਫ ਡਿਸਚਾਰਜ ਨਹੀਂ ਹੋਈ ਤੇ ਉਹਦੇ ਨਾਲ ਵੀ ਉਹਨੂੰ ਲਕੋਰੀਆ, ਡ੍ਰੌਪਿੰਗ, ਹਾਰਮੋਨਸ ਇਨਬੈਲੈਂਸ ਹੋਣੇ ਸ਼ੁਰੂ ਹੋ ਜਾਣੇ ਆ ਤੇ ਵਜਾਈਨਾ ਦੇ ਵਿੱਚ ਪਾਣੀ ਆਉਣ ਲੱਗ ਜਾਣਾ, ਜਿਹਦੇ ਨਾਲ ਈਚਿੰਗ, ਖਾਰਸ਼ ਤੇ ਹੌਲੀ ਹੌਲੀ ਕਿਤੇ ਨਾ ਕਿਤੇ ਉਹ ਚਮੜੀ ਦੇ ਰੋਗ ਦਾ ਇੱਕ ਕਾਰਨ ਬਣਦਾ ਹੈ। ਫਿਰ ਇਹਦੇ ਨਾਲ ਸਭ ਤੋਂ ਅੱਗੇ ਦੂਸਰੇ ਪਾਰਟ ਦੇ ਵਿੱਚ ਜਦੋਂ ਆਪਾਂ ਆਉਂਦੇ ਹਾਂ, ਗ੍ਰਸਤ ਹੋ ਗਿਆ। ਗ੍ਰਸਤ ਵੇਲੇ ਤੁਸੀਂ ਖਾਧਾ ਕੀ ਹੈ? ਰਾਤ ਨੂੰ ਤੁਸੀਂ ਰੋਟੀ ਜ਼ਿਆਦਾ ਖਾ ਰਹੇ ਹੋ। ਪਹਿਲਾਂ ਤਾਂ ਰੋਟੀ ਖਾਣ ਤੋਂ ਲੈ ਕੇ ਗ੍ਰਸਤ ਵਾਲੇ ਤੱਕ ਪਹੁੰਚਣ ਵਾਸਤੇ 2 ਤੋਂ 3 ਘੰਟਿਆਂ ਦਾ ਤੁਹਾਡੇ ਕੋਲ ਟਾਈਮ ਚਾਹੀਦਾ। ਉਹ ਫੀਲਿੰਗ ਬਣਾਉਣ ਵਾਸਤੇ ਟਾਈਮ ਚਾਹੀਦਾ। ਦਿਨੇ ਉਹੋ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ, ਕੌਫੀ ਹਾਊਸ ਦੇ ਵਿੱਚ ਜਾਣਾ ਚਾਹੀਦਾ। ਸਾਡੇ ਕੋਲ ਟਾਈਮ ਕੋਈ ਨਹੀਂ ਗਾ। ਬੰਦਾ ਆਇਆ, ਰੋਟੀ ਖਾਧੀ ਤੋਂ ਇਸ ਵੇਟ 'ਚ ਵੀ ਅੱਧਾ ਘੰਟਾ ਟਾਈਮ ਲੰਘਾਇਆ ਤੇ ਗ੍ਰਸਤ ਕਰ ਲਿਆ। ਉਹ ਕਿਤੇ ਨਾ ਕਿਤੇ ਤੁਹਾਡੇ ਪਰਿਵਾਰ ਦੇ ਵਿੱਚ ਦੂਰੀਆਂ ਬਣਾਉਂਦਾ ਗਾ ਜੀ। ਬਹੁਤ ਸਾਰੇ ਫੈਮਲੀਆਂ ਇਸ ਕਰਕੇ ਵੀ ਡਿਸਟਰਬ ਆ। ਮੈਂ ਤੁਹਾਨੂੰ ਬਹੁਤ ਸਾਰੀਆਂ ਕਿਤਾਬਾਂ ਜਦੋਂ ਮੈਂ ਪੜ੍ਹੀਆਂ, ਤਕਰੀਬਨ ਕੋਈ 10,000 ਦੇ ਕਰੀਬ ਹੁਣ ਤੱਕ ਕਿਤਾਬਾਂ ਪੜ੍ਹੀਆਂ ਨੇ ਇਕੱਲੀਆਂ ਫੀਲਿੰਗ ਨੂੰ ਲੈ ਕੇ। ਲੋਕ ਕਹਿੰਦੇ ਜੀ, ਜਿਵੇਂ ਮੈਂ ਬਾਹਰਲੀ ਕੰਟਰੀ ਦੇ ਵਿੱਚ ਗਿਆ ਤੇ ਜੇ ਕਿਸੇ ਨਾਲ ਮੀਟਿੰਗ ਰੱਖਦੇ ਉਹ ਕਹਿੰਦੇ ਆਪਾਂ ਕਾਫੀ ਹਾਊਸ ਦੇ ਵਿੱਚ ਮਿਲਦੇ ਹਾਂ। ਕੈਨੇਡਾ ਮੈਂ ਗਿਆ ਤੇ ਜ਼ਿਆਦਾ ਮੀਟਿੰਗਾਂ ਮੇਰੀਆਂ ਉੱਥੇ ਟਿਮ ਹਾਰਟਨ 'ਚ ਹੋਈਆਂ। ਜਾਂ ਦੁਬਈ ਮੈਂ ਗਿਆ ਤਾਂ ਉਹ ਕਹਿੰਦੇ ਅਟਲਾਂਟਿਸ ਹੋਟਲ ਦੀ ਬਾਲਕਨੀ 'ਚ ਮਿਲਦੇ ਆ। ਜ਼ਿਆਦਾਤਰ ਬੰਦੇ ਜਿਹੜੇ ਮੀਟਿੰਗ ਕਰਦੇ ਆ 5 ਸਟਾਰ ਹੋਟਲ ਦੀ ਲੌਬੀ 'ਚ ਕਰਦੇ ਆ। ਕਿਉਂ ਕਰਦੇ ਆ? ਉੱਥੇ ਉਹ ਫੀਲਿੰਗ ਹੀ ਵੱਖਰੇ ਤਰ੍ਹਾਂ ਦੀ ਆਉਂਦੀ ਹੈ। ਤੁਹਾਡੇ ਸਰੀਰ ਦੇ ਅੰਦਰ ਤੁਹਾਨੂੰ ਇੱਕ ਡਿਸਿਪਲਿਨ ਸਮਝਾਉਂਦੀਆਂ ਨੇ ਤੇ ਤੁਸੀਂ ਉਸ ਲੈਵਲ 'ਤੇ ਸੋਚਦੇ ਹੋ। ਦਾਲ ਹੋਟਲ ਦੀ ਵੀ ਆ, ਢਾਬੇ ਦੀ ਵੀ ਤੇ 7 ਸਟਾਰ ਹੋਟਲ ਦੀ ਵੀ ਆ। 7 ਸਟਾਰ 'ਚ ਖਾਣਾ ਖਾ ਰਹੇ ਹੋ ਤੇ ਕੱਪੜਾ ਵਿਛਾ ਕੇ ਖਾ ਰਹੇ ਹੋ, ਨੈਪਕਿਨ ਕੋਲੇ ਆ ਤੇ ਚਮਚੇ ਹਾਈਜੈਨਿਕ ਕੀਤੇ ਹੋਏ ਆ। ਤੇ ਢਾਬੇ 'ਤੇ ਉਹ ਵੀ ਚੀਜ਼ ਆ। ਢਾਬਾ ਮਾੜਾ ਨਹੀਂ ਗਾ, ਲੇਕਿਨ ਉਹ ਸਮਾਂ ਤੇ ਉਹ ਲੋਕੇਸ਼ਨ ਦੋਨੇ ਚੀਜ਼ਾਂ ਅਟਰੈਕਟ ਕਰਦੀਆਂ ਨੇ ਤੁਹਾਡੀ। ਤੁਹਾਡਾ ਇੱਥੇ ਕਹਿਣ ਦਾ ਸਾਫ਼-ਸਾਫ਼ ਗੱਲ ਸਮਝਾਉਣ ਦਾ ਇਹ ਹੈ ਕਿ ਉਹ ਸਮਾਂ ਜਦੋਂ ਅਸੀਂ ਮਿਲਣਾ, ਉਸ ਤੋਂ ਪਹਿਲਾਂ ਦਾ ਜਿਹੜਾ ਵੇਲਾ ਹੈਗਾ, ਪਹਿਲਾਂ ਦੀਆਂ ਗੱਲਾਂ ਹੈਗੀਆਂ, ਪਹਿਲਾਂ ਦਾ ਸਾਡਾ ਖਾਣ ਪਾਣ ਹੈਗਾ, ਉਹ ਵੀ ਮੈਟਰ ਕਰਦਾ ਹੈ। ਇੰਟਰਕੋਰਸ ਆਪਣੀ ਵਾਈਫ ਨਾਲ ਕਰਨਾ ਹੈ ਤੇ ਤੁਹਾਡੀ ਫੀਲਿੰਗ ਜਿਹੜੀ ਆ ਉਹ ਦਫ਼ਤਰ ਦੇ 2, 3, 4 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਣੀ ਚਾਹੀਦੀ ਹੈ। ਗੱਲ ਕਿਹੋ ਜਿਹੀ ਕਰਦੇ ਹੋ, ਪਰਿਵਾਰ ਨਾਲ ਗੱਲ ਕਿਹੋ ਜਿਹੀ ਹੈ, ਸ਼ਾਮ ਨੂੰ ਉਹਨੂੰ ਕੌਫੀ ਕਿਹੋ ਜਿਹੀ ਜਗ੍ਹਾ 'ਤੇ ਜਾ ਕੇ ਪਿਲਾਉਂਦੇ ਹੋ, ਕਿਹੋ ਜਿਹੀਆਂ ਤੁਸੀਂ ਗੱਲਾਂ ਕਰਦੇ ਹੋ, ਪਾਰਕ 'ਚ ਸੈਰ ਕਰ ਰਹੇ ਹੋ, ਵਾਈਫ ਨਾਲ ਕਿਹੋ ਜਿਹੇ ਦਿਨੇ ਤੁਹਾਡੇ ਦਿਨ ਦੇ ਹਾਲਾਤ ਕਿਹੋ ਜਿਹੇ, ਤਾਂ ਕਿ ਉਹ ਇੱਕ ਤੜਫ ਜਿਹੜੀ ਆ ਨਾ, ਗ੍ਰੰਥ ਇਹ ਗੱਲ ਕਹਿੰਦੇ ਆ ਕਿ 6 ਘੰਟੇ ਪਹਿਲਾਂ ਦੀ ਤੜਫ ਤੁਹਾਡੇ ਗ੍ਰਸਤ ਨੂੰ ਉਹ ਸੰਤੁਸ਼ਟ ਸੈਕਸ ਦਿੰਦੀ ਹੈ ਜਿਹੜੀ ਇੱਕ ਯਾਦਗਾਰ ਸੈਕਸ ਹੈ। ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਜਦੋਂ ਅਸੀਂ ਕੰਮ ਦੇ ਉੱਤੋਂ ਵਾਪਸ ਆ ਜਾਈਏ ਤਾਂ ਸਾਡੇ ਲਹਿਜ਼ੇ ਦੇ ਵਿੱਚੋਂ ਪਿਆਰ ਔਰ ਉਹ ਜਿਹੜੀ ਤੜਫ ਹੈਗੀ ਆ ਉਹ ਝਲਕਣੀ ਚਾਹੀਦੀ ਹੈ ਦੋਵਾਂ ਪਾਸੇ ਤੋਂ। ਉਹ ਪਹਿਲਾਂ ਹੀ ਤਿਆਰੀਆਂ ਉਸ ਤਰ੍ਹਾਂ ਦੀਆਂ ਨੇ। ਜਦੋਂ ਤੁਸੀਂ ਪਰਿਵਾਰ ਜਿਹੜਾ ਗਾ ਉਹਨੇ ਖਾਣਾ ਉਸ ਟਾਈਪ ਦਾ ਬਣਾਇਆ ਹੋਇਆ ਹੈਗਾ, ਫੀਲਿੰਗਸ ਉਸ ਤਰ੍ਹਾਂ ਦੀਆਂ ਨੇ, ਗੱਲਾਂ ਬਾਤਾਂ, ਉਹਦੇ ਕੱਪੜੇ ਪਾਉਣ ਦਾ ਤਰੀਕਾ ਉਹ ਜਗ੍ਹਾ, ਉਹਦਾ ਬੋਲਣ ਦਾ ਤਰੀਕਾ ਉਸ ਟਾਈਪ ਦਾ ਗਾ। ਬੰਦੇ ਤੇ ਜਨਾਨੀ ਦੋਨਾਂ 'ਤੇ ਮੈਟਰ ਕਰਦੀ ਹੈ। ਫਿਰ ਉਹ ਫੀਲਿੰਗ ਦੀਆਂ ਤਿਆਰੀਆਂ ਨੇ। ਸਾਡੇ ਤਾਂ ਤਿਆਰੀ ਵਾਲਾ ਤਾਂ ਕੰਮ ਹੀ ਨਹੀਂ ਕੋਈ। ਮੈਂ ਕਹਿੰਦਾ ਸਾਰੀ ਜ਼ਿੰਦਗੀ 50-50 ਸਾਲ ਹੋ ਗਏ ਕਦੇ ਆਪਣੀ ਵਾਈਫ ਨਾਲ ਕੌਫੀ ਨਹੀਂ ਪੀਤੀ ਕਿਤੇ ਬੈਠ ਕੇ, ਕਿਸੇ ਪਾਰਕ ਦੇ ਵਿੱਚ ਜਾ ਕੇ ਨਹੀਂ ਘੁੰਮੇ, ਕਦੇ ਗੱਲ ਹੀ ਨਹੀਂ ਕੀਤੀ ਉਸ ਪਿਆਰ ਦੀ ਜੀ, ਕਦੇ ਇੱਕ ਦੂਸਰੇ ਤੋਂ ਬੋਲੇ ਹੋਏ ਸ਼ਬਦਾਂ ਦੀ ਮਾਫੀ ਨਹੀਂ ਮੰਗੀ। ਮੈਂ ਬਹੁਤ ਥਾਵਾਂ 'ਤੇ ਗੱਲ ਕਰਦਾ ਕਿ ਸੌਰੀ ਤੇ ਥੈਂਕ ਯੂ ਦਾ ਸ਼ਬਦ ਹੀ ਨਹੀਂ ਸਾਨੂੰ ਤਾਂ ਪਤਾ ਵੀ ਹੁੰਦਾ ਕੀ ਹੈ। ਕਈ ਵਾਰ ਮੈਂ ਮਹਿਸੂਸ ਕਰਦਾ ਕਿ ਲੋਕਾਂ ਨੇ ਇਕੱਲਾ ਇੱਕ ਸ਼ਬਦ ਆਪਣੀ ਵਾਈਫ ਨੂੰ ਬੋਲਣਾ ਸੀ ਕਿ ਸੌਰੀ, ਜੇ ਮੈਂ ਕੋਈ ਸ਼ਬਦ ਗਲਤ ਬੋਲਿਆ ਗਿਆ ਤੇ ਤੁਸੀਂ ਇਸ ਨੂੰ ਆਪਣੀ ਮਨ ਦੇ
ਉਸ ਖੂੰਜੇ ਦੇ ਵਿੱਚੋਂ ਡਿਲੀਟ ਕਰ ਦਿਓ ਤਾਂ ਕਿ ਤੁਹਾਡੇ ਉਹ ਡਿਲੀਟ ਹੋ ਕੇ ਤੇ ਪਿਆਰ ਦੇ ਖਾਨੇ ਦੇ ਵਿੱਚ ਮੇਰੇ ਲਈ ਕੋਈ ਫੀਲਿੰਗ ਚਾਲੂ ਹੋ ਜਾਏ। ਕੱਲਾ ਇੱਕ ਸ਼ਬਦ ਜਿਹੜਾ ਸੀ ਉਹ ਤਬਦੀਲ ਕਰ ਸਕਦਾ ਸੀ ਤੁਹਾਡੀ ਜ਼ਿੰਦਗੀ, ਲੇਕਿਨ ਉਹ ਸ਼ਬਦ ਨਾ ਬੋਲਣ ਕਰਕੇ ਸਾਰੀ ਜ਼ਿੰਦਗੀ ਉਹ ਰਿੜਕਦਾ ਰਿਹਾ। ਬਹੁਤ ਸਾਰੇ ਜਿਹੜੇ ਬੰਦੇ ਇੱਕ ਲੈਵਲ ਤੇ ਬਹੁਤ ਹਾਈ ਕਲਾਸ, ਬਹੁਤ ਵੱਡੇ ਲੈਵਲ ਤੇ ਕਿਸੇ ਅਹੁਦੇ ਤੇ ਪਹੁੰਚਦੇ ਆ, ਲੇਕਿਨ ਉਹਦੇ ਪਿੱਛੇ ਪਰਿਵਾਰ ਦਾ ਬੜਾ ਵੱਡਾ ਰੋਲ ਆ। ਮੈਂ ਇਹੋ ਜਿਹੇ ਬੰਦਿਆਂ ਨੂੰ ਜਾਣਦਾ ਜਿਹੜੇ ਬੰਦੇ ਬਹੁਤ ਛੋਟੇ ਲੈਵਲ ਤੋਂ ਸੀ ਤੇ ਬਹੁਤ ਵੱਡੇ ਲੈਵਲ ਤੇ ਪਹੁੰਚ ਗਏ। ਹੋ ਸਕਦਾ ਉਹਦੇ ਪਿੱਛੇ ਤੁਹਾਡੇ ਘਰ ਵਾਲੀ ਦੇ ਵਰਤ ਹੋਣ, ਹੋ ਸਕਦਾ ਤੁਹਾਡੇ ਪਰਿਵਾਰ ਦੀਆਂ ਸੁੱਖਾਂ ਸੁੱਖੀਆਂ ਹੋਣ, ਹੋ ਸਕਦਾ ਤੁਹਾਡੀ ਤਰੱਕੀ ਦੇ ਪਿੱਛੇ ਤੁਹਾਡੇ ਪਰਿਵਾਰ ਨੇ ਭੁੱਖੇ ਰਹਿ ਕੇ ਰੋਟੀਆਂ ਨਾ ਖਾਧੀਆਂ ਹੋਣ, ਹੋ ਸਕਦਾ ਚਲੀਸੇ ਕੱਟੇ ਹੋਣ, ਹੋ ਸਕਦਾ ਤੁਸੀਂ ਕੰਮ ਤੇ ਹੋਣ, ਤੁਹਾਡੇ ਕੰਮ ਨੂੰ ਚਲਾਉਣ ਵਾਸਤੇ ਘਰੇ ਬੈਠੇ ਕੋਈ ਬੰਦਾ ਕਿੰਨਾ ਪਾਠ ਕਰ ਰਿਹਾ ਹੈਗਾ। ਇਹ ਸਾਰੀਆਂ ਫੀਲਿੰਗਸ ਕੰਮ ਕਰਦੀਆਂ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ, ਲੇਕਿਨ ਗ੍ਰਸਤ ਦੇ ਆਨੰਦ ਦੇ ਵਿੱਚ ਮੈਂ ਇਹ ਦੇਖਿਆ ਕਿ ਲੋਕ ਸਾਰੀ ਜ਼ਿੰਦਗੀ ਲੋਕਾਂ ਨੇ ਲੰਘਾਤੀ, ਲੇਕਿਨ ਇੱਕ ਸ਼ਬਦ ਜਿਹੜਾ ਉਹ ਬੋਲਿਆ ਹੋਇਆ ਉਹ ਕਿਸੇ ਕੋਨੇ 'ਚ ਪਰਿਵਾਰ ਦੇ ਪਿਆ, ਉਹਨੂੰ ਡਿਲੀਟ ਨਹੀਂ ਕਰ ਪਾਏ। ਉਹ ਚੀਜ਼ ਜਿਹੜੀ ਆ ਉਹ ਜ਼ਿੰਦਗੀ ਦੇ ਵਿੱਚ ਨਰਕ ਦਾ ਦੁਆਰ ਵਾਲੇ ਪਾਸੇ ਨੂੰ ਲੈ ਜਾਂਦੀ ਹੈ। ਡਾਕਟਰ ਸਾਹਿਬ, ਫੀਲਿੰਗਲੈਸ ਜਿਹਨੂੰ ਮੈਂ ਤੁਹਾਡੇ ਸ਼ਬਦਾਂ 'ਚ ਕਹਾਂ ਕਿ ਅਗਰ ਫੀਲਿੰਗਲੈਸ ਅਸੀਂ ਗ੍ਰਸਤੀ ਕਰਦੇ ਹਾਂ ਤੇ ਫਿਰ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਵੀ ਪੈਦਾ ਹੁੰਦੀਆਂ ਨੇ, ਹੋ ਸਕਦੀਆਂ ਨੇ ਇੱਦਾਂ ਦੀਆਂ। ਫਰੂਕੀ ਸਾਹਿਬ, ਜਿਹੜੀ ਇੱਕ ਸ਼ਬਦ ਆਉਂਦਾ ਜਦੋਂ ਤੁਸੀਂ ਗ੍ਰੰਥ ਨੂੰ ਪੜ੍ਹਦੇ ਹੋ, ਬੋਜ਼ੋ ਮਤਲਬ ਸਾਫ਼ ਸਫਾਈ ਜਿਹਨੂੰ ਆਪਾਂ ਕਹਿੰਦੇ ਆ, ਤੇ ਗੁਸਲ। ਹੁਣ ਗੁਸਲ ਸ਼ਬਦ ਅਸੀਂ ਤਾਂ ਗੁਸਲਖਾਨਾ ਕਹਿੰਦੇ ਹੁੰਦੇ ਸੀਗੇ, ਆਪਣੇ ਆਮ ਪਿੰਡਾਂ ਦੇ ਵਿੱਚ ਸ਼ਬਦ ਸੀਗਾ ਦੇਸੀ ਗੁਸਲਖਾਨਾ, ਹੁਣ ਬਾਥਰੂਮ ਬਣ ਗਏ। ਗੁਸਲ ਕੀ ਹੈ? ਸਾਨੂੰ ਗੁਸਲ ਦਾ ਪਤਾ ਨਹੀਂ ਲੱਗਿਆ ਤੇ ਅਸੀਂ ਬਾਥਰੂਮਾਂ ਤੱਕ ਪਹੁੰਚ ਗਏ। ਗੁਸਲ ਸੀਗਾ A ਤੇ ਬਾਥਰੂਮ ਹੈਗਾ XYZ। ਅਸੀਂ XYZ ਤੇ ਤਾਂ ਪਹੁੰਚ ਗਏ ਪਰ ਗੁਸਲ ਨਹੀਂ ਪਤਾ ਲੱਗਿਆ। ਇੰਨਾ ਸਪਰਸ਼ ਦੇ ਵਿੱਚ ਜਾ ਕੇ ਗੁਸਲ ਕਹਿੰਦੇ ਆ ਸਫਾਈ ਨੂੰ। ਬਾਥਰੂਮ ਦਾ ਨਾਮ ਗੁਸਲ ਹੁੰਦਾ ਸੀਗਾ। ਜਦੋਂ ਤੁਸੀਂ ਇਹਨੂੰ ਪੜ੍ਹਦੇ ਹੋ, ਗੁਸਲ ਕਿਉਂ ਹੋਣਾ ਜ਼ਰੂਰੀ ਹੈ, ਤੁਹਾਡੇ 'ਚੋਂ ਫੀਲਿੰਗ ਕਿਹੋ ਜਿਹੀ ਹੋਣੀ ਚਾਹੀਦੀ ਹੈ, ਪਰਫਿਊਮ ਕਿਹੜੇ ਨੇ, ਉਹ ਪਰਫਿਊਮਸ ਤੁਹਾਡੇ ਕਮਰੇ ਦੇ, ਤੁਹਾਡੇ ਕਲਰਸ, ਅੱਜ ਕਲਰਸ ਥੈਰਾਪੀਆਂ ਕਿਵੇਂ ਆ ਗਈਆਂ, ਤੁਹਾਡੇ ਘਰ ਦੇ ਪਰਦੇ ਕਿਹੋ ਜਿਹੇ ਚਾਹੀਦੇ ਆ, ਤੁਹਾਡੀ ਪਰਿਵਾਰ ਦੀ ਫੀਲਿੰਗਸ ਕਿਹੋ ਜਿਹੀ ਚਾਹੀਦੀ ਹੈ। ਤੁਸੀਂ ਘਰ ਦਾ ਬੈੱਡ ਦੇਖੋ ਤੇ 5 ਸਟਾਰ ਹੋਟਲ ਦੇ ਬੈੱਡ ਦੇਖੋ, ਉੱਥੇ ਫੀਲਿੰਗਸ ਕਿਵੇਂ ਆਉਂਦੀਆਂ ਪਰਿਵਾਰ ਦੀਆਂ। ਉਹਨਾਂ ਨੇ ਐਟਮੋਸਫੀਅਰ ਕਿਹੋ ਜਿਹਾ, ਉਹਨਾਂ ਨੇ ਔਰਾ ਕਿਹੋ ਜਿਹਾ ਕ੍ਰੀਏਟ ਕੀਤਾ ਹੋਇਆ। ਮੋਮਬੱਤੀਆਂ ਜਗਾਉਣੀਆਂ ਕਿਉਂ ਜ਼ਰੂਰੀ ਹੈ, ਪਾਣੀ ਦੇ ਵਿੱਚ ਗੁਲਾਬ ਦੇ ਫੁੱਲ ਰੱਖਣੇ ਕਿਉਂ ਜ਼ਰੂਰੀ ਹੈ। ਡਾਕਟਰ ਸਾਹਿਬ, ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਇਹ ਤਾਂ ਸਾਡੇ ਘਰਾਂ ਦੇ ਵਿੱਚ ਹੋ ਹੀ ਨਹੀਂ ਸਕਦੀਆਂ, ਕਿਉਂਕਿ ਸਾਰਾ ਦਿਨ ਜਿਸ ਬੰਦੇ ਨੇ ਔਰਤਾਂ ਨੂੰ ਡੀਲ ਕਰਨਾ ਜਾਂ ਜਿਸ ਔਰਤ ਨੂੰ ਬੰਦਿਆਂ ਨੇ ਕਾਰੋਬਾਰੀ ਲਹਿਜ਼ੇ ਦੇ ਵਿੱਚ ਡੀਲ ਕਰਨਾ ਹੈ, ਉਹ ਤੇ ਹੱਸ ਕੇ ਮਿਲਦੀਆਂ ਨੇ, ਪਰ ਜਦੋਂ ਬੰਦਾ ਘਰੇ ਜਾਂਦਾ ਹੈ ਜਾਂ ਔਰਤ ਆਪਣੇ ਕੰਮਕਾਰ ਤੋਂ ਘਰੇ ਜਾਂਦੀ ਹੈ ਤੇ ਜਿਸ ਨੇ ਉਸ ਨੂੰ ਹੱਸ ਕੇ ਮਿਲਣਾ ਤੇ ਉਹਦੇ ਮੂੰਹ ਬਣਿਆ ਹੋਇਆ, ਤੇ ਫਿਰ ਅਜਿਹੇ ਹਾਲਾਤਾਂ ਨੂੰ ਅਸੀਂ ਕਿਵੇਂ ਦੇਖਦੇ ਹਾਂ? ਫਰੂਕੀ ਸਾਹਿਬ, ਤੁਸੀਂ ਇੱਕ ਸ਼ਬਦ ਮੈਂ ਇਸ ਗ੍ਰੰਥ ਤੋਂ ਪੜ੍ਹ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਜਮਾਇਆ। ਮੈਂ ਬਾਕੀਆਂ ਦੀ ਜ਼ਿੰਦਗੀ ਬਾਰੇ ਤਾਂ ਕਹਿ ਨਹੀਂ ਸਕਦਾ, ਕਿਉਂਕਿ ਮੇਰਾ ਸਵੇਰੇ 8 ਵਜੇ ਤੋਂ ਕਲੀਨਿਕ 'ਤੇ ਬਹਿਣਾ ਤੇ ਰਾਤ ਦੇ 10 ਵੱਜ ਜਾਂਦੇ ਆ। ਇੱਕ ਚੀਜ਼ ਮੈਂ ਆਪਣੇ ਪਰਿਵਾਰ ਲਈ ਜਿਹੜੀ ਮੈਂ ਇਸ ਗ੍ਰੰਥ ਤੋਂ ਸੇਧ ਲਈ ਹੈ, ਹਜੇ ਇੱਕੋ ਸ਼ਬਦ 'ਤੇ ਮੈਂ ਪਹੁੰਚਿਆ, ਬਹੁਤੇ ਸ਼ਬਦਾਂ 'ਤੇ ਮੈਂ ਵੀ ਨਹੀਂ ਪਹੁੰਚ ਪਾਇਆ। ਉਹ ਸ਼ਬਦ ਹੈਗਾ ਵੀ ਮੈਂ ਕੋਈ ਵੀ ਚੀਜ਼ ਘਰ 'ਚ ਬਣ ਗਈ ਤੇ ਇੱਕੋ ਸ਼ਬਦ ਹੀ ਕਹਿਣਾ ਵੀ ਬਹੁਤ ਸਵਾਦ ਆ। ਬਣਾਈ ਮੇਰੇ ਪਰਿਵਾਰ ਨੇ ਮੇਰੇ ਵਾਸਤੇ ਹੀ ਆ। ਮੈਂ ਤੁਹਾਨੂੰ ਇੱਕ ਸਿੰਪਲ ਉਦਾਹਰਨ ਸੁਣਾਉਣਾ ਹੈ। ਇੱਕ ਰਾਜਾ ਸੀ ਤੇ ਉਹਦਾ ਇੱਕ ਸੀਗਾ ਨੌਕਰ। ਰਾਜੇ ਨੇ ਆਪਣੇ ਨੌਕਰ ਵਾਸਤੇ ਸਾਰੀਆਂ ਚੀਜ਼ਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸੀਗੀਆਂ। ਇੱਕ ਦਿਨ ਰਾਜਾ ਤੇ ਨੌਕਰ ਦੋਨੇ ਤੁਰੇ ਜਾਣ ਤੇ ਤੁਰਦੇ ਤੁਰਦੇ ਇੱਕ ਚੰਗਾ ਫਰੂਟ ਲੱਗਿਆ ਹੋਇਆ ਸੀਗਾ। ਰਾਜਾ ਕਹਿੰਦਾ ਫਰੂਟ ਤੋੜ ਕੇ ਲਿਆ। ਉਹਨੇ ਫਰੂਟ ਤੋੜ ਕੇ ਲਿਆਂਦਾ ਤੇ ਉਹਨੇ ਰਾਜੇ ਨੇ ਕਿਹਾ ਵੀ ਅੱਜ ਮੈਂ ਤੈਨੂੰ ਕੱਟ ਕੇ ਖਵਾਉਣਾ, ਅੱਜ ਤੱਕ ਤੂੰ ਮੈਨੂੰ ਫਰੂਟ ਕੱਟ ਕੇ ਖਵਾਉਣਾ। ਉਹਨੇ ਕਿਹਾ ਠੀਕ ਆ ਮਹਾਰਾਜ। ਉਹਨੇ ਅਮਰੂਦ ਨੂੰ ਕੱਟਿਆ, ਜਾਂ ਫਲ ਜਿਹੜਾ ਸੀਗਾ ਉਹਨੂੰ ਕੱਟਿਆ ਤੇ ਨੌਕਰ ਨੂੰ ਦਿੱਤਾ, ਕਹਿੰਦਾ ਖਾ। ਉਹਨੇ ਜਦੋਂ ਮੂੰਹ 'ਚ ਉਹ ਫਲ ਨੂੰ ਖਾਧਾ ਤਾਂ ਜ਼ਹਿਰ ਵਰਗਾ ਕੌੜਾ ਸੀਗਾ, ਲੇਕਿਨ ਉਹ ਫਟਾਫਟ ਉਹਨੇ ਕੁਛ ਨਹੀਂ ਬੋਲਿਆ, ਉਹ ਖਾ ਗਿਆ ਫਲ ਨੂੰ। ਉਹ ਕਹਿੰਦਾ ਮਹਾਰਾਜ ਇੱਕ ਫਾੜੀ ਹੋਰ ਦੇ ਦਿਓ। ਉਹ ਕਹਿੰਦਾ ਲੈ ਫਿਰ ਇੱਕ ਫਾੜੀ ਹੋਰ ਲੈ ਲਾ। ਉਹਨੇ ਦੂਜੀ ਫਾੜੀ ਦੇਤੀ, ਤੀਜੀ ਦੇਤੀ, ਚੌਥੀ ਦੇਤੀ, ਪੰਜਵੀਂ ਦੇਤੀ। ਕਹਿੰਦਾ ਮਹਾਰਾਜ ਇੱਕ ਫਾੜੀ ਹੋਰ ਦੇ ਦਿਓ। ਉਹ ਫਾੜੀ ਕਰਦਾ ਕਰਦਾ ਜਦੋਂ ਲਾਸਟ ਫਾੜੀ ਰਹਿ ਗਈ, ਲਾਸਟ ਪੀਸ ਰਹਿ ਗਿਆ, ਰਾਜਾ ਕਹਿੰਦਾ ਮੈਂ ਚੱਕਦਾ। ਉਹਨੇ ਝਪੱਟਾ ਮਾਰ ਕੇ ਉਹ ਫਲ ਖਿੱਚ ਕੇ ਉਹ ਕਹਿੰਦਾ ਇਹ ਮੈਨੂੰ ਦੇ ਦਿਓ। ਰਾਜਾ ਕਹਿੰਦਾ ਯਾਰ ਇੰਨਾ ਜ਼ਿਆਦਾ ਤੂੰ ਭੁੱਖਾ ਬੰਦਾ ਵੀ ਮੈਨੂੰ ਸਾਰਾ ਫਲ ਮੈਂ ਤੈਨੂੰ ਦੇਤਾ ਪਰ ਤੂੰ ਇੱਕ ਫਲ ਨਹੀਂ ਮੈਨੂੰ ਖਾਣ ਦਿੰਦਾ। ਤੇ ਰਾਜੇ ਨੇ ਉਹ ਫਲ ਨੂੰ ਲੈ ਕੇ ਜਦੋਂ ਮੂੰਹ 'ਚ ਪਾਇਆ ਤੇ ਉਹ ਰਾਜੇ ਦੀਆਂ ਅੱਖਾਂ 'ਚੋਂ ਹੰਝੂ ਆ ਗਏ। ਇਹਦੇ ਵਿੱਚ ਜਦੋਂ ਮੈਂ ਹਿਸਟਰੀ ਪੜ੍ਹੀ, ਉਹ ਕਹਿੰਦਾ ਵੀ ਇੰਨਾ ਜ਼ਹਿਰ ਵਰਗਾ ਜਿਹੜਾ ਇਹ ਫਲ ਸੀਗਾ ਤੂੰ ਕਿਵੇਂ ਖਾਧਾ?
ਤੇ ਉੱਥੇ ਉਹ ਨੌਕਰ ਕਹਿੰਦਾ ਮਹਾਰਾਜ ਅੱਜ ਤੱਕ ਤੁਹਾਡੇ ਹੱਥ ਤੋਂ ਖਾਧੇ ਹੋਏ ਫਲ ਇੰਨੇ ਮਿੱਠੇ ਫਲ ਤੁਸੀਂ ਦਿੱਤੇ, ਇਸ ਕੌੜੇ ਫਲ ਨੂੰ ਮੈਂ ਆਪਦੇ ਹੱਥੀਂ ਤੁਹਾਨੂੰ ਕਿਵੇਂ ਕਹਿ ਦਿੰਦਾ ਵੀ ਇਹ ਕੌੜਾ ਗਾ। ਅਸੀਂ ਗ੍ਰਸਤ ਦੇ ਵਿੱਚ ਆਪਦੇ ਪਰਿਵਾਰ ਨੂੰ ਉਸ ਸੰਤੁਸ਼ਟ ਤੱਕ, ਅਸੀਂ ਪ੍ਰਮਾਤਮਾ ਦੇ ਦਿੱਤੇ ਹੋ ਉਸ ਪਰਿਵਾਰ ਤੱਕ ਉਸ ਸੁੱਖ ਨੂੰ ਨਹੀਂ ਲੈ ਕੇ ਜਾ ਸਕੇ ਜਿਹੜਾ ਸੁੱਖ ਸਾਨੂੰ ਜ਼ਿੰਦਗੀ ਦੇ ਵਿੱਚ ਚਾਹੀਦਾ। ਬਹੁਤ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਡਿਸਟਰਬ ਕਰ ਲਿਆ, ਔਰ ਇੱਥੇ ਤੱਕ ਡਿਸਟਰਬੈਂਸ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਹੋ ਗਈ ਕਿ ਅਸੀਂ ਉਹ ਫੀਲਿੰਗ ਆਪਣੇ ਪਰਿਵਾਰ ਦੇ ਲਈ ਕਦੇ ਲਿਆ ਹੀ ਨਹੀਂ ਸਕੇ। ਗਲਤੀਆਂ ਇਨਸਾਨ ਤੋਂ ਹੋ ਜਾਂਦੀਆਂ ਨੇ, ਪਰ ਜੇ ਆਪਾਂ ਫਿਰ ਦੁਬਾਰਾ ਇਸੇ ਗੱਲ 'ਤੇ ਆ ਜਾਈਏ, ਇਮੋਸ਼ਨਲ ਗੱਲ ਆ, ਜੇ ਗ੍ਰਸਤ ਦੀ ਗੱਲ ਕਰੀਏ, ਇੰਨੀ ਫੀਲਿੰਗ ਟੱਚ ਚਾਹੀਦੀ ਹੈ। ਜੇ ਤੁਸੀਂ ਕੰਮ ਤੋਂ ਆਏ, ਹੁਣ ਆਪਾਂ ਸਟ੍ਰੈਸ ਵਾਲੀ ਗੱਲ ਕੀਤੀ ਹੈ ਵੀ ਲੇਡੀਜ਼ ਵੀ ਸਟ੍ਰੈਸ ਆ, ਹਸਬੈਂਡ ਨੂੰ ਵੀ ਸਟ੍ਰੈਸ ਆ, ਵਾਈਫ ਨੂੰ ਵੀ ਸਟ੍ਰੈਸ ਆ। ਘਰੇ ਜਾ ਕੇ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਵੀ ਅੱਜ ਖਾਣਾ ਇੰਨਾ ਸਵਾਦ ਸੀਗਾ ਤੇ ਮੇਰੀ ਅੱਧਾ ਥਕੇਮਾ ਲਾਤਾ, ਉਹ ਗੱਲ ਕੁਛ ਹੋਰ ਆ। ਮੈਂ ਬਹੁਤ ਸਾਰੇ ਹਿੰਦੁਸਤਾਨ ਤੋਂ ਬਿਨਾਂ ਬਾਹਰ ਵੀ ਕਈ ਕੰਟਰੀਆਂ ਦੇ ਵਿੱਚ ਗਿਆ, ਲੋਕ ਇੱਕ ਦੂਜੇ ਦੀ ਇੰਨੀ ਜ਼ਿਆਦਾ ਤਾਰੀਫ ਕਰਦੇ ਆ ਆਪਣੀ ਤੇ ਆਪਣੇ ਪਰਿਵਾਰਾਂ ਦੀ। ਉਹਦਾ ਕਾਰਨ ਹੀ ਇਹ ਵੀ ਅਸੀਂ ਇਸ ਸੰਗਲ ਨੂੰ ਅਸੀਂ ਜੋੜੀ ਰੱਖੀਏ, ਕਿਤੇ ਉਹ ਸਾਡੀਆਂ ਕਮੀਆਂ ਦੇ ਵਿੱਚ ਇਹ ਪਰਿਵਾਰ ਸਾਡਾ ਟੁੱਟ ਨਾ ਜਾਵੇ। ਅੱਜ ਲੋਕ ਸ਼ਬਦਾਂ ਦਾ, ਕਿਉਂ ਮੈਂ ਇਹ ਲੋਕਾਂ ਨੂੰ ਕਹਿੰਦਾ ਵੀ ਤੁਹਾਡੇ ਬੋਲੇ ਹੋਏ ਸ਼ਬਦ ਆਦਮੀ ਗ੍ਰਸਤ ਕਰਕੇ ਸੰਤੁਸ਼ਟ ਕਰਕੇ ਕੰਮ 'ਤੇ ਚਲਿਆ ਗਿਆ, ਪਰ ਪਰਿਵਾਰ ਨੇ ਜਦੋਂ ਉਹ ਸੰਤੁਸ਼ਟ ਸੈਕਸ ਨਹੀਂ ਕੀਤਾ ਤੇ ਉਹ ਕਿਤੇ ਨਾ ਕਿਤੇ ਤੁਹਾਡੇ ਵਿਚਾਰਧਾਰਾ ਨੂੰ ਇਸ ਤਰ੍ਹਾਂ ਸਮਝਦਾ ਗਾ, ਇਸ ਤਰ੍ਹਾਂ ਉਹ ਸੋਚਣ 'ਤੇ ਮਜਬੂਰ ਹੈ ਕਿ ਜਿਹੜਾ ਇਹ ਪਿਆਰ ਮੈਨੂੰ ਨਹੀਂ ਕਰਦਾ, ਲੋੜ ਇਹਨੂੰ ਵੀ ਹੈ, ਲੋੜ ਮੈਨੂੰ ਵੀ ਹੈ। ਇਸ ਲੇਬਲ ਤੱਕ ਗ੍ਰਸਤ ਦੀ ਗੱਲ ਬਹੁਤ ਸਾਰੇ ਮੈਨੂੰ ਲੋਕ ਕਮੈਂਟ ਕਰਦੇ ਆ ਵੀ ਤੁਸੀਂ ਗੁਰਸਿੱਖ ਹੋ, ਸੈਕਸ ਦੇ ਵਿੱਚ ਗੱਲਾਂ ਕਰਦੇ ਆ, ਜਾਂ ਬਹੁਤ ਸਾਰੇ ਆਪਣੇ ਲੋਕ ਨੇ ਜਿਹੜੇ ਇਹ ਗੱਲਾਂ ਕਰਦੇ ਵੀ ਸੈਕਸ ਨਹੀਂ ਹੋਣਾ ਚਾਹੀਦਾ। ਮੈਂ ਇਹ ਗੱਲ ਕਰਦਾ ਵੀ ਸੈਕਸ ਤੋਂ ਬਿਨਾਂ ਕਿਸੇ ਹੋਰ ਚੀਜ਼ ਦੇ ਵਿੱਚ, ਚੀਜ਼ 'ਚ ਤੁਹਾਨੂੰ ਆਨੰਦ ਆਉਂਦਾ ਹੋਵੇ, ਦਵਾਈਆਂ ਕਾਹਦੀਆਂ ਲੈ ਰਹੇ ਹੋ, ਮਰਦਾਨਾ ਤਾਕਤ ਦੀਆਂ ਕਾਹਦੀਆਂ ਦਵਾਈਆਂ ਖਾਂਦੇ ਹੋ, ਹੋਰ ਕੰਨ ਵਧਾਉਣ ਦੀ ਦਵਾਈ ਖਾਂਦੇ ਹੋ, ਬਾਲ ਵਧਾਉਣ ਦੀ ਦਵਾਈ ਖਾਂਦੇ ਹੋ, ਕੁੜਤਾ ਵਧਾਉਣ ਦੀ ਦਵਾਈ ਖਾਂਦੇ ਹੋ, 90% ਦਵਾਈਆਂ ਤਾਂ ਸੈਕਸ ਦੀਆਂ ਖਾਂਦੇ ਹੋ। ਫਿਰ ਉਹਨੂੰ ਕਿਉਂ ਨਾ ਇੱਕ ਐਸੀ ਫੀਲਿੰਗ ਦੇ ਨਾਲ ਜੋੜ ਕੇ ਤੁਸੀਂ ਗ੍ਰਸਤ ਕਰੋ ਜਿਹੜੀ ਤੁਹਾਡੇ ਲਈ ਵੀ ਯਾਦਗਾਰ ਬਣ ਜੇ ਤੇ ਤੁਹਾਡੇ ਪਰਿਵਾਰ ਲਈ ਵੀ ਯਾਦਗਾਰ ਬਣ ਜੇ। ਇਸ ਦੌਰਾਨ ਜਿਹੜਾ ਗ੍ਰਸਤੀ ਵੇਲੇ ਅਸੀਂ ਡਿਸਟਰਬ ਨਾ ਹੋਈਏ। ਵੈਸੇ ਇਸ ਵੇਲੇ ਬੜਾ ਭਾਵੁਕ ਮਾਹੌਲ ਮੈਨੂੰ ਲੱਗਦਾ ਕਿ ਬਣ ਗਿਆ ਇੱਥੇ ਗੱਲਬਾਤ ਦੌਰਾਨ, ਕਿ ਗ੍ਰਸਤੀ ਵੇਲੇ ਅਸੀਂ ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਖਿਆਲ ਕਿਵੇਂ ਰੱਖ ਸਕਦੇ ਹਾਂ। ਫਿਰ ਗੱਲ ਇੱਥੇ ਆਉਂਦੀ ਹੈ, ਕਿਉਂਕਿ ਬਹੁਤੀ ਵਾਰ ਹੁੰਦਾ ਹੈ ਕਿ ਅਸੀਂ ਸੰਤੁਸ਼ਟ ਨਹੀਂ ਇੱਕ ਦੂਸਰੇ ਤੋਂ ਹੁੰਦੇ, ਤੇ ਫਿਰ ਉਸ ਚੀਜ਼ ਨੂੰ ਕਿਵੇਂ ਬੈਲੈਂਸ ਕੀਤਾ ਜਾ ਸਕਦਾ। ਫਰੂਕੀ ਸਾਹਿਬ, ਜਿਹੜਾ ਪਰਿਵਾਰ ਦੇ ਸੰਤੁਸ਼ਟ ਦੀ ਗੱਲ ਹੈ, ਮੈਂ ਗੁਰੂ ਨਾਨਕ ਸਾਹਿਬ ਦੀ ਗੱਲ ਤੋਂ, ਕਿਉਂਕਿ ਦੁਨੀਆ ਦੇ ਬਹੁਤ ਮਹਾਨ ਆਪ ਪਰਮਾਤਮਾ ਦੁਨੀਆ ਦੇ ਵਿੱਚ ਜਦੋਂ ਧਰਤੀ 'ਤੇ ਆਏ ਆ ਤੇ ਉਹਨਾਂ ਨੇ ਸਾਨੂੰ ਸਮਝਾਇਆ ਵੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇੱਕੋ ਹੀ ਦੁਨੀਆ ਦੇ ਵਿੱਚ ਜੇ ਰਾਜੇ ਮਹਾਰਾਜੇ ਦੇਵਤਾ ਔਰ ਜਿੰਨਿਆਂ ਨੂੰ ਵੀ ਉਪਜ ਕਰ ਸਕਦੀ ਹੈ ਤੇ ਉਹ ਨਾਰੀ ਸ਼ਕਤੀ ਹੈ। ਦੂਸਰੀ ਗੱਲ ਹੈ ਕਿ ਜਿਹੜਾ ਗ੍ਰਸਤ ਹੈ ਉਹਨੂੰ ਕਰਨ ਵਾਸਤੇ ਜਦੋਂ ਤੁਸੀਂ ਸੰਤੁਸ਼ਟ ਗ੍ਰਸਤ ਅਗਰ ਕਰਨਾ ਹੈ, ਸੰਭੋਗ ਅਗਰ ਤੁਸੀਂ ਸੰਤੁਸ਼ਟ ਕਰਨਾ ਹੈ, ਤਾਂ ਤੁਹਾਨੂੰ ਇੱਥੇ ਤੱਕ ਫੀਲਿੰਗ, ਪਹਿਲੀ ਗੱਲ ਤਾਂ ਤੁਸੀਂ ਗ੍ਰਸਤ ਤੋਂ ਪਹਿਲਾਂ ਸਾਰੇ ਦਿਨ ਦੀ ਤੁਹਾਡੀ ਤਿਆਰੀ ਚਾਹੀਦੀ ਹੈ, ਤੁਹਾਡੀ ਖਿੱਚ ਚਾਹੀਦੀ ਹੈ, ਪ੍ਰੇਮ ਦੀ ਖਿੱਚ ਚਾਹੀਦੀ ਹੈ, ਇੰਨੀ ਤੇਜ਼ੀ ਨਾਲ ਦੋਵਾਂ ਪਾਸਿਆਂ ਤੋਂ ਪਕੜ ਚਾਹੀਦੀ ਹੈ। ਨੰਬਰ ਦੂਸਰਾ, ਗ੍ਰਸਤ ਤੋਂ ਪਹਿਲਾਂ ਉਹ ਤਿਆਰੀ ਚਾਹੀਦੀ ਹੈ। ਨੰਬਰ ਤੀਸਰਾ, ਜਦੋਂ ਤੁਸੀਂ ਇੰਟਰਕੋਰਸ ਜੇ ਕਰ ਲੈਂਦੇ ਹੋ ਤਾਂ ਕਰਨ ਤੋਂ ਪਹਿਲਾਂ ਗੁਸਲ ਦੀ ਗੱਲ ਜਿਹੜੀ ਆਪਾਂ ਕੀਤੀ ਹੈ, ਅਗਰ ਤੁਸੀਂ ਗੁਸਲ ਸਾਫ਼ ਕਰਦੇ ਹੋ, ਫੀਲਿੰਗਸ ਲਿਆਉਂਦੇ ਹੋ, ਉਹ ਅਲੱਗ ਤਰ੍ਹਾਂ ਦੀ ਫੀਲਿੰਗਸ ਆ ਜਿਹੜੀ ਤੁਹਾਡੀ ਉਤੇਜਨਾ ਤੱਕ ਜਾ ਕੇ ਟੱਚ ਕਰਦੀਆਂ ਨੇ। ਬਹੁਤ ਸਾਰੇ ਬੰਦੇ ਗ੍ਰਸਤ ਤੋਂ ਬਾਅਦ ਨਹਾਉਂਦੇ ਨਹੀਂ ਗਏ। ਕਿਉਂ ਨਹੀਂ ਨਹਾਉਂਦੇ? ਉਹ ਜਿਹੜੀ ਵਜਾਈਨਾ ਜਾਂ ਤੁਹਾਡੀ ਪੈਨਿਸ ਦੇ ਵਿੱਚ ਲੱਗਿਆ ਹੋਇਆ ਸਿਮਨ ਗੰਦਗੀ ਆ, ਹੋਰ ਸਾਰੇ ਹਾਰਮੋਨਸ ਜਿਹੜੇ ਇਨਬੈਲੈਂਸ ਹੋ ਕੇ ਤੁਹਾਨੂੰ ਟੱਚ ਕਰਦੇ ਆ, ਉਹ ਵੀ ਕਿਤੇ ਨਾ ਕਿਤੇ ਜਦੋਂ ਤੁਹਾਡੀ ਪੈਨਿਸ ਦੇ ਵਿੱਚ ਲੱਗੇ ਰਹਿ ਜਾਂਦੇ ਆ, ਵਜਾਈਨਾ 'ਚ ਲੱਗੇ ਰਹਿ ਜਾਂਦੇ ਆ, ਉਹ ਤੁਹਾਨੂੰ ਚਮੜੀ ਦਾ ਰੋਗ ਪੈਦਾ ਕਰਦੇ ਆ। ਇਸ ਤੋਂ ਅਗਲੀ ਸਟੇਜ ਜਿਹੜੀ ਆ ਕਿ ਟਾਈਮ ਸੈਕਸ ਦਾ ਕਿਹੜਾ ਹੋਣਾ ਚਾਹੀਦਾ। ਤੁਸੀਂ ਟਾਈਮਲੀ ਵੇਟ ਨਾ ਕਰੋ, ਚਾਹੇ ਦੁਬਾਰਾ ਉੱਠ ਕੇ ਤੁਸੀਂ ਇੰਟਰਕੋਰਸ ਕਰ ਸਕਦੇ ਹੋ, ਤਾਂ ਉਹ ਟਾਈਮ ਹੀ ਵੱਖਰਾ ਹੈਗਾ ਜਦੋਂ ਤੁਸੀਂ ਪੀਸ ਸੈਕਸ ਕਰ ਸਕਦੇ ਹੋ। ਜਦੋਂ ਤੁਸੀਂ ਇਹ ਗ੍ਰੰਥ ਪੜ੍ਹ ਕੇ ਗ੍ਰਸਤ ਕਰਦੇ ਹੋ, ਔਰ ਮੈਂ ਤਾਂ ਹੈਰਾਨ ਹਾਂ ਕਿ ਅੱਜ ਪੜ੍ਹੀ ਲਿਖੀ ਦੁਨੀਆ, ਖਜਰਾਓ ਦੇ ਮੰਦਿਰ ਜਾ ਕੇ ਪਤਾ ਲੱਗਦਾ ਹੈ ਕਿ ਲੋਕ ਉਸ ਜ਼ਮਾਨੇ ਦੇ ਵਿੱਚ ਵੀ ਗੇ, ਲਿਸਬਿਨ ਜਾਂ ਲੋਕ ਐਨੀਮਲ ਸੈਕਸ ਕਰਦੇ ਸੀਗੇ।
ਅੱਜ ਵੀ ਲੋਕਾਂ ਦਾ ਧਿਆਨ ਗੇ ਵਾਲੇ ਪਾਸੇ, ਲਿਸਬਨ ਵਾਲੇ ਪਾਸੇ ਕਿਉਂ ਜਾ ਰਿਹਾ ਹੈ? ਬੰਦਾ ਇਹੀ ਕਾਰਨ ਮੰਨਦੇ ਇਹੀ ਕਾਰਨ ਹੈ ਜੀ। ਬੰਦਾ ਆਪਣੀ ਵਾਈਫ ਤੋਂ ਅਸੰਤੁਸ਼ਟ ਹੈ ਤੇ ਉਹ ਗੇ ਬਣ ਰਿਹਾ ਹੈਗਾ। ਲੇਡੀਜ਼ ਆਪਣੇ ਹਸਬੈਂਡ ਤੋਂ ਅਸੰਤੁਸ਼ਟ ਹੈ ਤੇ ਉਹ ਲਿਸਬਨ ਬਣ ਰਹੀ ਹੈ। ਕਿਤੇ ਨਾ ਕਿਤੇ ਅਟਰੈਕਸ਼ਨ ਹੀ ਖਤਮ ਹੋ ਰਹੀ ਹੈ। ਤੁਸੀਂ ਦੇਖੋ ਵੀ ਮੈਂ ਮੇਰੇ ਪਰਿਵਾਰ ਨਾਲ ਚੰਗੇ ਸ਼ਬਦ ਨਹੀਂ ਬੋਲ ਰਿਹਾ ਤੇ ਹੌਲੀ ਹੌਲੀ ਦੂਰੀਆਂ ਬਣ ਜਾਣਗੀਆਂ। ਫਿਰ ਇੱਕ ਘਰ ਜਿਹੜਾ ਗਾ ਉਹ ਘਰ ਤਾਂ ਰਹਿ ਜਾਊਗਾ ਪਰ ਪਿਆਰ ਦਾ ਘਰ ਨਹੀਂ ਰਹਿ ਸਕਦਾ। ਇੱਕ ਫੀਲਿੰਗ ਦੂਸਰੀ ਹੈ, ਜਿਹੜੀ ਅਟਰੈਕਸ਼ਨ ਹੈ ਵੀ ਘਰੇ ਨਹੀਂ ਪਹੁੰਚੇ, ਜਲਦੀ ਨਹੀਂ ਆਏ, ਰੋਟੀ ਖਾ ਲਈ, ਤੁਸੀਂ ਦਫ਼ਤਰ ਪਹੁੰਚਦੇ ਹਰ ਘੰਟੇ ਬਾਅਦ ਫੋਨ ਆਈ ਜਾਂਦਾ ਗਾ ਜੀ। ਆਪਾਂ ਸਵੇਰ ਦਾ ਹੁਣ ਫੋਨ ਸਾਇਲੈਂਟ 'ਤੇ ਲਾਇਆ ਤੇ 15 ਫੋਨ ਹੁਣ ਤੱਕ ਘਰੋਂ ਕਿਉਂ ਵੱਜ ਗਏ? ਜੇ ਉਹ ਪਿਆਰ ਨਹੀਂ ਤਾਂ ਉਹਨਾਂ ਨੂੰ ਕੀ ਮਤਲਬ ਆ? ਰੋਟੀ ਪਾ ਕੇ ਡੱਬੇ 'ਚ ਦਿੱਤੀ ਹੋਈ ਹੈ, ਖਾ ਲਓ, ਨਹੀਂ ਖਾਣੀ ਤੁਹਾਡੀ ਮਰਜ਼ੀ ਆ। ਪਰ ਇਹ ਅਟਰੈਕਸ਼ਨ ਕਿਉਂ ਪੈਦਾ ਕਰਦੀ ਹੈ ਪਰਿਵਾਰ ਦੇ ਵਿੱਚ ਵੀ ਉਹ ਕੜੀ ਜੁਟੀ ਰਹੇ? ਤੇ ਫਿਰ ਸਮਾਂ ਦੀ ਤੁਸੀਂ ਗੱਲ ਕਰ ਰਹੇ ਸੀ, ਆਪਣੀ ਜਿਹੜੀ ਕੈਮਰੇ ਤੋਂ ਬਿਹਾਈਂਡ ਦਾ ਕੈਮਰਾ ਆਪਣੀ ਗੱਲਬਾਤ ਹੋਈ ਹੈ ਕਿ ਸਮਾਂ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ ਤੁਹਾਡੇ ਇਸ ਪ੍ਰੋਸੈਸ ਦੇ ਵਿੱਚ। ਕਿਹੜਾ ਸਮਾਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਇਸ ਪ੍ਰੋਸੈਸ ਦੇ ਵਿੱਚ? ਫਰੂਕੀ ਸਾਹਿਬ, ਮੈਂ ਇੱਕ ਗੱਲ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਦੱਸਣੀ ਚਾਹੁੰਦਾ ਕਿ ਜਿਹੜਾ ਬੰਦਾ ਰੋਗੀ ਨਹੀਂ ਹੋਣਾ ਚਾਹੁੰਦਾ, ਜਿਹੜਾ ਬੰਦਾ ਸੰਤੁਸ਼ਟ ਸੈਕਸ ਕਰਨਾ ਚਾਹੁੰਦਾ ਤੇ ਸਾਰੀ ਜ਼ਿੰਦਗੀ ਇਹ ਚਾਹੁੰਦਾ ਹੈ ਕਿ ਮੈਨੂੰ ਰੋਗ ਨਾ ਲੱਗੇ, ਖਾਸ ਕਰਕੇ ਸੈਕਸ ਦਾ ਕੋਈ ਰੋਗ ਨਾ ਲੱਗੇ, ਤਾਂ ਦਿਨੇ ਗ੍ਰਸਤ ਨਾ ਕਰੇ। ਇੱਕ ਆਪਣੀ ਉਮਰ ਤੋਂ ਵੱਡੀ ਔਰਤ ਨਾਲ ਕਦੇ ਵੀ ਗ੍ਰਸਤ ਨਾ ਕਰੇ, ਆਪਣੀ ਔਰਤ ਤੋਂ ਬਾਹਰ ਕਦੇ ਗ੍ਰਸਤ ਨਾ ਕਰੇ। ਨੰਬਰ ਤੀਸਰਾ, ਇੱਕ ਗੱਲ ਹਮੇਸ਼ਾ ਯਾਦ ਰਹੇ ਕਿ ਜਦੋਂ ਤੁਸੀਂ ਗ੍ਰਸਤ ਕਰਨਾ ਹੈ ਉਦੋਂ ਬਾਕੀ ਸਾਰੇ ਦਰਵਾਜ਼ੇ ਤੁਹਾਡੇ ਦਿਮਾਗ ਦੇ ਵੀ ਬੰਦ ਹੋ ਜਾਣ, ਫੋਨ ਬੰਦ ਹੋਣ, ਫੀਲਿੰਗ ਉਹੋ ਜਿਹੀ ਹੋਵੇ, ਕੋਈ ਖੜਕਾ ਸਿੰਗਲ ਪਿਨ ਡ੍ਰੌਪ ਜਿੰਨਾ ਵੀ ਖੜਕਾ ਨਹੀਂ ਚਾਹੀਦਾ। ਉਹ ਫੀਲਿੰਗਸ ਜਿਹੜੀਆਂ ਨੇ, ਲੋਕ ਇੰਦਰੀ ਦੇ ਗ੍ਰਸਤ ਨੂੰ ਗ੍ਰਸਤ ਮੰਨੀ ਜਾਂਦੇ ਆ, ਪਰ ਇੱਥੇ ਜਦੋਂ ਆਪਾਂ ਇਹ ਗ੍ਰੰਥ ਪੜ੍ਹ ਕੇ ਦੇਖਦੇ ਹਾਂ ਤਾਂ ਇਹ ਤਾਂ ਫੀਲਿੰਗ ਦੇ ਗ੍ਰਸਤ ਨੂੰ ਗ੍ਰਸਤ ਦੱਸ ਰਹੇ ਆ ਕਿ ਸਪਰਸ਼ ਦਾ ਵੀ ਇੱਕ ਗ੍ਰਸਤ ਆ। ਤੁਹਾਡਾ ਹੱਥ ਪਰਿਵਾਰ ਨੂੰ ਲੱਗ ਰਿਹਾ ਤੇ ਉਹ ਵੀ ਇੱਕ ਸਪਰਸ਼ ਹੈ, ਇਹ ਟੱਚ ਹੈ। ਔਰ ਜਿਹੜਾ ਉਹ ਟੱਚ ਕਰਕੇ ਸਪਰਸ਼ ਹੋ ਰਿਹਾ ਉਹਦੇ ਨਾਲ ਹਾਰਮੋਨਸ ਤੁਹਾਡੇ ਕਿਤੇ ਨਾ ਕਿਤੇ ਇਨਬੈਲੈਂਸ ਹੁੰਦੇ ਆ। ਇੰਟਰਕੋਰਸ ਇੱਕ ਡਿਸਚਾਰਜ ਦਾ, ਤੁਸੀਂ ਬੱਚਾ ਪੈਦਾ ਕਰਨ ਦਾ ਇੱਕ ਜ਼ਰੀਆ ਹੈ, ਲੇਕਿਨ ਉਸ ਤੋਂ ਪਹਿਲਾਂ ਫੀਲਿੰਗ ਦੇ ਜਿਹੜੇ ਗ੍ਰਸਤ ਨੇ। ਅਗਰ ਤੁਹਾਨੂੰ ਡਾਇਰੈਕਟ ਫੀਲਿੰਗਸ ਆਉਂਦੀ ਹੋਵੇ ਤਾਂ ਲੋਕ ਕਿਸ ਨਾ ਕਰਨੋਂ ਹਟ ਜਾਣ, ਇੱਕ ਦੂਜੇ ਵੱਲ ਦੇਖਣੋਂ ਹਟ ਜਾਣ। ਕੱਪੜਿਆਂ ਦੇ ਵਿੱਚ ਦੇਖ ਕੇ ਵੀ ਤੁਹਾਨੂੰ ਅਟਰੈਕਸ਼ਨ ਵੱਧ ਸਕਦੀ ਹੈ। ਪਰ ਇੱਥੇ ਤਾਂ ਹੋ ਉਲਟ ਰਿਹਾ ਜੀ, ਜਿਹੜਾ ਉਹ ਉਲਟ ਇਸ ਕਰਕੇ ਹੋ ਰਿਹਾ ਨੇ ਜੀ, ਸਾਡੇ 'ਚੋਂ ਅਟਰੈਕਸ਼ਨ ਪੈਦਾ ਨਹੀਂ ਹੋ ਰਹੀ ਕਿਉਂਕਿ ਲੋਕ ਦਿਨੇ ਗ੍ਰਸਤ ਕਰ ਰਹੇ ਆ। ਜਦੋਂ ਦਿਨੇ ਗ੍ਰਸਤ ਕਰ ਰਹੇ ਤੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ। ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ? ਜੇਕਰ ਕਿਹੜੀਆਂ ਬਿਮਾਰੀਆਂ ਨੇ ਵੈਦ ਜੀ ਜਿਹੜੀਆਂ ਅਗਰ ਦਿਨੇ ਬੰਦਾ ਇਸ ਪ੍ਰੋਸੈਸ ਦੇ ਵਿੱਚ ਪਵੇ ਤਾਂ ਉਹਨੂੰ ਲੱਗ ਸਕਦੀਆਂ ਨੇ? ਦੇਖੋ ਜੀ, ਜਿਹੜਾ ਬੰਦਾ ਦਿਨੇ ਗ੍ਰਸਤ ਕਰਦਾ ਹੈ 90% ਉਹਦੇ ਪਿੱਠ ਦਾ ਦਰਦ, ਹੱਡੀਆਂ ਦੇ ਰੋਗ ਤੇ ਇਸ ਤੋਂ ਇਲਾਵਾ ਇਸ ਦੇ ਨਾਲ ਰਿਲੇਟਿਡ ਜਿਵੇਂ ਆਪਾਂ ਜੋੜਾਂ ਦੇ ਦਰਦਾਂ ਦੀ ਪ੍ਰੋਬਲਮ ਕਹਿ ਸਕਦੇ ਹਾਂ, ਪਿੱਠ ਦੇ ਦਰਦ ਦੀ ਪ੍ਰੋਬਲਮ ਕਹਿ ਸਕਦੇ ਹਾਂ, ਲਕੂਰੀਆ ਲੇਡੀਜ਼ ਨੂੰ ਹੋਣਾ, ਬੰਦੇ ਦੇ ਚਮੜੀ ਦੇ ਵਿੱਚ ਆਸਤਿਕ ਸੁਜਾਕ, ਔਰ ਨਾਲ ਇਹਦੇ ਬੰਦਾ 100% ਨਮਰਦ ਹੋਣਾ ਗਾ ਜੀ। ਇਹ ਗ੍ਰੰਥ ਬੋਲਦੇ ਆ ਕਿ ਦਿਨੇ ਗ੍ਰਸਤ ਕਰਨ ਵਾਲਾ ਬੰਦਾ 70 ਤੋਂ 80% ਤੱਕ ਨਾਮਰਦ ਹੋ ਜਾਂਦਾ। ਕਿਉਂ? ਦਿਨੇ ਹਨੇਰਾ ਕਾਹਦੇ ਨਾਲ ਕਰੋਗੇ? ਲਾਈਟਾਂ ਬੰਦ ਕਰਕੇ। ਪਰ ਬਾਕੀ ਖਿੜਕੀਆਂ ਕਿਵੇਂ ਬੰਦ ਕਰੋਗੇ? ਰਾਤ ਨੂੰ ਸਾਰੀ ਦੁਨੀਆ ਦੇ ਆਕਾਸ਼ ਪਤਾਲ ਤੇ ਹੋਰ ਚੀਜ਼ਾਂ ਦੇ ਦਰਵਾਜ਼ੇ ਬੰਦ ਹੈ, ਕਾਰੋਬਾਰ ਦੇ ਦਰਵਾਜ਼ੇ ਬੰਦ ਹੈ। ਔਰ ਸੰਤੁਸ਼ਟ ਰਾਤ ਨੂੰ ਸੌਣ ਵਾਸਤੇ ਸਾਨੂੰ ਇਸੇ ਕਰਕੇ ਕਿਹਾ ਗਾ ਜੀ। ਉਹ ਸੰਤੁਸ਼ਟ ਸੈਕਸ ਜਿਹੜਾ ਸੈਕਸ ਦਾ ਮਾਰਗ ਆ ਉਹ ਬਣਿਆ ਹੀ ਰਾਤ ਵਾਸਤੇ ਹੈ ਜੀ। ਇਸੇ ਕਰਕੇ ਪਰਮਾਤਮਾ ਨੇ ਜਦੋਂ ਇੱਥੇ ਦਿਨ ਚੜਾਉਣਾ ਹੋਰ ਕਿਤੇ ਰਾਤ ਕਰ ਦੇਣੀ ਹੈ। ਦੁਨੀਆ ਨੂੰ ਵੱਖਰੇ ਵੱਖਰੇ ਸਮੇਂ ਦੇ ਨਾਲ ਉਲਝਾਇਆ ਪਾਇਆ ਹੋਇਆ ਕਿਉਂਕਿ ਸੰਸਾਰ ਉਹਦਾ ਪਰਮਾਤਮਾ ਦਾ ਬਣਾਇਆ ਹੋਇਆ। ਅੱਜ 90% ਲੋਕ ਜਿਹੜੇ ਆ ਉਹ ਇਸੇ ਕਰਕੇ ਨਾਮਰਦ ਹੋ ਰਹੇ ਕਿ ਉਹ ਦਿਨੇ ਇੰਟਰਕੋਰਸ ਕਰ ਰਹੇ ਆ, ਦਿਨੇ ਗ੍ਰਸਤ ਕਰ ਰਹੇ ਆ। ਕੱਪੜੇ ਕਿਉਂ ਅੰਧੇਰੇ ਦੇ ਵਿੱਚ ਉਤਾਰਨੇ ਆ, ਲਾਈਟ ਕਿਉਂ ਨਹੀਂ ਜਗਾਉਣੀ? ਉਹ ਸਪਰਸ਼ ਦਾ ਕਾਰਨ ਹੈ। ਸਪਰਸ਼ ਦੇਖੋ ਤੁਸੀਂ ਵੀ, ਸਪਰਸ਼ ਅੰਧੇਰੇ ਦੇ ਵਿੱਚ ਹੈ ਤੇ ਪੀਕ ਤੇ ਲੈ ਗਿਆ ਤੇ ਦਿਨੇ ਸਾਨੂੰ ਉਸੇ ਔਰਤ ਨੂੰ ਦੇਖ ਕੇ ਅਸੀਂ ਗਾਲਾਂ ਕੱਢੀ ਜਾਂਦੇ ਹਾਂ। ਦਿਨੇ ਤਾਂ ਅਸੀਂ ਚਿਹਰਾ ਵੀ ਦੇਖ ਰਹੇ ਹਾਂ, ਰਾਤ ਨੂੰ ਅਸੀਂ ਕੁਝ ਵੀ ਨਹੀਂ ਦੇਖ ਰਹੇ ਤਾਂ ਵੀ ਸਪਰਸ਼ ਹੋ ਰਿਹਾ। ਇਸ ਲੈਵਲ ਤੱਕ ਸਾਡਾ ਮਨ ਇੱਕ ਦੂਜੇ ਦੇ ਵਿੱਚ ਖੁੱਭ ਜਾਣਾ ਚਾਹੀਦਾ। ਇਸੇ ਕਰਕੇ ਰਾਤ ਨੂੰ ਗ੍ਰਸਤ ਕਰਨਾ ਜ਼ਰੂਰੀ ਹੈ। ਬਹੁਤ ਸਾਰੇ ਲੋਕਾਂ ਨੂੰ ਚਮੜੀ ਦੇ ਰੋਗ ਜਿਹੜੇ ਦੇਖੇ ਗਏ ਆ, ਜਦੋਂ ਉਹਨਾਂ ਦੀ ਡਿਟੇਲ ਹਿਸਟਰੀ ਲੈਂਦੇ ਔਰ ਉਹਨਾਂ ਨੂੰ ਕਹਿੰਦੇ ਆ ਕਿ ਜਿਹੜਾ ਕੁਝ ਹੋ ਗਿਆ ਕੋਈ ਗੱਲ ਨਹੀਂ, ਪਰ ਤੁਸੀਂ ਘੱਟੋ ਘੱਟ ਇਸ ਗੱਲ ਲਈ ਤਾਂ ਸੱਚ ਬੋਲੀਏ ਆਪਾਂ ਵੀ ਜਿਹੜੀ ਗਲਤੀ ਹੋ ਗਈ ਹੁਣ ਇਹ ਤੋਂ ਬਚਣ ਵਾਸਤੇ ਕੀ ਕੀਤਾ ਜਾ ਸਕਦਾ। ਮੇਰਾ ਸਵਾਲ ਵੀ ਇਹੀ ਹੈ। ਜਿਹੜਾ ਤੁਹਾਡੇ ਕੋਲ ਅਗਲਾ ਸਵਾਲ ਹੈ ਕਿ ਜਿਨ੍ਹਾਂ ਨੇ ਹੁਣ ਤੱਕ ਇਸ ਪ੍ਰੋਸੈਸ ਨੂੰ ਅਪਣਾ ਕੇ ਰੱਖਿਆ ਤੇ
ਹੁਣ ਉਸ ਚੀਜ਼ ਤੋਂ ਬਚਾ ਕਿਵੇਂ ਕਰ ਸਕਦੇ ਹੋ? ਫਰੂਕੀ ਸਾਹਿਬ, ਮੈਂ ਕੈਮਰਾਮੈਨ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਆਹ ਜਿਹੜੇ ਟਾਈਮ ਨੇ ਜੀ, ਇਹਦੇ 'ਚ ਜਿਹੜੇ ਟਾਈਮ ਦੱਸੇ ਗਏ ਆ, ਇਹ ਗ੍ਰਸਤ ਦੇ ਟਾਈਮ ਨੇ ਜੀ। ਕੱਲਾ ਟਾਈਮ ਇਹਦੇ ਵਿੱਚ ਘੰਟਿਆਂ ਦੇ ਮੁਤਾਬਕ ਦੱਸਿਆ ਗਿਆ ਵੀ ਕਿਹੜਾ ਟਾਈਮ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ, ਕਿਹੜੇ ਟਾਈਮ ਗ੍ਰਸਤ ਕਰ ਸਕਦੇ ਹੋ, ਕਿਹੜਾ ਬੰਦਾ ਗ੍ਰਸਤ ਕਰ ਸਕਦਾ ਹੈ। ਇੱਕ ਗ੍ਰਸਤ ਦੇ ਉੱਤੇ ਆ 2 ਗ੍ਰੰਥ ਦੁਨੀਆ ਦੇ ਉਹ ਗ੍ਰੰਥ ਹੈ ਜਿਹੜੇ ਗ੍ਰਸਤ ਕਰਨਾ ਸਿਖਾਉਂਦੇ ਆ। ਮਾਰਗ ਮਤਲਬ ਗ੍ਰਸਤੀ ਮਾਰਗ ਕੀ ਜਾਂਦਾਗਾ, ਕਿਉਂ ਉਤੇਜਨਾ ਵੱਧਦੀ ਆ, ਅੱਖਾਂ ਦਾ ਗ੍ਰਸਤ ਕੀ ਕਹਿੰਦਾਗਾ। ਫਿਰ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਚਾਲ ਚੱਲਣ ਦੱਸੇ ਗਏ ਆ। ਜਦੋਂ ਤੁਸੀਂ ਦਿਨੇ ਗ੍ਰਸਤ ਕਰਦੇ ਹੋ ਤਾਂ ਕਿਹੜੀਆਂ ਹੱਡੀਆਂ ਦਾ ਕਿਹੜੇ ਡੋਪਾਮਾਈਨ ਤੁਹਾਡੇ ਰਿਲੀਜ਼ ਹੋਣ ਤੋਂ ਬਾਅਦ ਕਿਹੜੇ ਹਾਰਮੋਨਸ ਇਨਬੈਲੈਂਸ ਹੁੰਦੇ ਆ। ਜਦੋਂ ਤੁਸੀਂ ਉਤੇਜਿਤ ਜ਼ਿਆਦਾ ਹੁੰਦੇ ਹੋ, ਉਤੇਜਿਤ ਹੋ ਗਏ ਜਾਂ ਤਾਂ ਤੁਸੀਂ ਡਿਸਚਾਰਜ ਹੋ ਗਏ ਤਾਂ ਬਚ ਗਏ, ਜਿਹੜਾ ਉਤੇਜਿਤ ਹੋ ਗਏ ਤਾਂ ਠੰਡੇ ਹੋ ਗਏ। ਜਿਵੇਂ ਗਰਮ ਪਾਣੀ ਕਰ ਲਿਆ, ਤੱਤਾ ਕਰ ਲਿਆ, ਠੰਡਾ ਕਰ ਲਿਆ, ਤੱਤਾ ਕਰ ਲਿਆ, ਤਾਂ ਪਾਣੀ ਉਹ ਜ਼ਹਿਰ ਦਾ ਰੂਪ ਧਾਰਨ ਕਰ ਜਾਂਦਾ। ਹਜ਼ਾਰਾਂ ਬੰਦੇ ਇਸ ਚੀਜ਼ ਦੇ ਨਾਲ ਮਰੀਜ਼ ਬਣੀ ਜਾਂਦੇ ਆ। ਬਹੁਤ ਸਾਰੇ ਥਾਵਾਂ 'ਤੇ ਉੱਤੇ ਡਰ, ਇਹਦੇ 'ਚ ਡਰ ਲਈ ਮੈਂ ਗ੍ਰਸਤ ਪੜ੍ਹਿਆ ਕਿ ਜਿੱਥੇ ਡਰ ਕਰਕੇ ਬੰਦਾ ਗ੍ਰਸਤ ਕਰ ਰਿਹਾ ਹੈਗਾ ਤੇ ਉਹ ਅੰਦਰ ਹੀ ਡਰ ਬਹਿ ਗਿਆ ਤੇ ਦੁਬਾਰਾ ਗ੍ਰਸਤ ਉਹਦੇ ਤੋਂ ਹੋਇਆ ਹੀ ਨਹੀਂਗਾ। ਔਰ ਇਹ ਮੈਂ ਅਸਲੀ ਆਪਣੀ ਪ੍ਰੈਕਟਿਸ 'ਚ ਵੀ ਮਰੀਜ਼ ਦੇਖੇ ਆ ਕਿ ਉਹ ਜਨਾਨੀ ਤੋਂ ਡਰੀ ਜਾਂਦਾ ਗਾ। ਫਿਰ ਸ਼ਬਦਾਂ ਦਾ ਏਰ ਫੇਰ ਆ। ਜਨਾਨੀ ਨੇ ਇੱਕ ਸ਼ਬਦ ਬੰਦੇ ਨੂੰ ਕਹਿਤਾ ਤੇ ਤੋਂ ਹੁੰਦਾ ਕੁਛ ਨਹੀਂ। ਹੁਣ ਬਾਅਦ ਦੇ ਵਿੱਚ ਤੁਸੀਂ ਉਹਨੂੰ ਚਾਹੇ ਜੋ ਦੁਨੀਆ ਭਰ ਦੀਆਂ ਦਵਾਈਆਂ ਖਵਾ ਲਓ, ਉਹ ਉਹਦੇ ਗੱਲ ਦਿਮਾਗ ਦੇ ਵਿੱਚ ਟੱਚ ਹੋਊਗੀ, ਮੇਰੇ ਤੋਂ ਹੁੰਦਾ ਕੁਛ ਨਹੀਂ, ਤੇ ਉਹ ਦਵਾਈਆਂ ਦਾ ਮਰੀਜ਼ ਬਣ ਗਿਆ। ਇੱਕ ਤਰ੍ਹਾਂ ਦਾ ਉਹਦੀ ਗ੍ਰਸਤੀ ਜ਼ਿੰਦਗੀ ਨਰਕ ਬਣ ਗਈ। ਬੰਦੇ ਨੇ ਜਨਾਨੀ ਨੂੰ ਕਹਿਤਾ ਕਿ ਤੇਰੇ ਨਾਲ ਮੈਨੂੰ ਗ੍ਰਸਤ ਕਰਨ ਵੇਲੇ ਸਵਾਦ ਹੀ ਨਹੀਂ ਆਉਂਦਾ। ਇਹ ਸ਼ਬਦਾਂ ਦੇ ਏਰ ਫੇਰ ਨੇ। ਔਰ ਇਹਦੇ 'ਚ ਲਿਖਿਆ ਕਿ ਗ੍ਰਸਤ ਕਰਨ ਵੇਲੇ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਹੈ ਉਹ ਕੱਲੀ ਫੀਲਿੰਗ ਦੀ ਨਾਲ ਕੰਮ ਕਰਨਾ ਹੈ। ਫੀਲਿੰਗ ਬੋਲੇ, ਜੇ ਤੁਸੀਂ ਮੂੰਹ ਬੋਲਣਾ ਰੱਖਣਾ ਹੈ ਤੇ ਫਿਰ ਉਹ ਦਿਨੇ ਬੋਲੋ। ਤਾਈਓ ਕਰਕੇ ਹਨੇਰਾ ਚਾਹੀਦਾ ਤੇ ਮੂੰਹ ਨਾ ਕੋਈ ਵੀ ਸ਼ਬਦ ਬੋਲੇ, ਤਾਂ ਜਾ ਕੇ ਤੁਸੀਂ ਉਸ ਫੀਲਿੰਗ ਤੇ ਟੱਚ ਕਰ ਸਕਦੇ ਹੋ, ਤਾਂ ਗ੍ਰਸਤ ਦਾ ਆਨੰਦ ਭੋਗ ਸਕਦੇ ਹੋ। ਬਹੁਤ ਸਾਰੇ ਬੰਦੇ ਮੈਨੂੰ ਸਵਾਲ ਕਰਦੇ ਆ ਕਿ ਤੁਸੀਂ ਦਾੜੀ ਕੇਸ ਰੱਖੇ ਆ ਜੀ, ਤੇ ਮੈਂ ਕਿਹਾ ਦਾੜੀ ਕੇਸ ਰੱਖੇ ਤੇ ਫਿਰ ਮੈਨੂੰ ਕੋਈ ਸਰਟੀਫਿਕੇਟ ਥੋੜ੍ਹੀ ਹੈ ਵੀ ਮੈਂ ਗ੍ਰਸਤ ਨਹੀਂ ਕਰ ਸਕਦਾ। ਮੈਂ ਆਪਣੇ ਪਰਿਵਾਰ ਨਾਲ ਗ੍ਰਸਤ ਕਰ ਸਕਦਾ ਹਾਂ। ਦਾੜੀ ਕੇਸ ਨਾਲ ਇਹਦਾ ਕੋਈ ਲਿੰਕ ਨਹੀਂ। ਤੁਸੀਂ ਆਪਣੇ ਪਰਿਵਾਰ ਦੇ ਪ੍ਰਤੀ ਕਿੰਨੇ ਸਾਫ਼ ਹੋ, ਕਿੰਨੇ ਇਮਾਨਦਾਰ ਹੋ, ਔਰ ਇਹਦੇ ਨਾਲ ਤੁਸੀਂ ਗ੍ਰਸਤ ਦਾ ਆਨੰਦ ਕਿੰਨਾ ਭੋਗ ਸਕਦੇ ਹੋ। ਉਹ ਸਪਰਸ਼ ਕਿਉਂ ਆ? ਇਸੇ ਕਰਕੇ ਹੁਣ ਲੋਕਾਂ ਨੇ ਬਹੁਤ ਸਾਰੇ ਸਵਾਲ ਕੀਤੇ। ਆਪਾਂ ਸਪਰਸ਼ ਤੇ ਵੀ ਵੀਡੀਓ ਬਣਾਈ, ਸ਼ਬਦਾਂ ਦੇ ਬੋਲ ਤੇ ਵੀਡੀਓ ਬਣਾਈ। ਉਹ ਲੋਕਾਂ ਨੂੰ ਉਸ ਲੈਵਲ ਤੱਕ ਨਹੀਂ ਹਜੇ ਗੱਲ ਸਮਝ ਆਉਂਦੀ। ਆਹ ਵੀ ਗੱਲ ਲੋਕਾਂ ਨੂੰ ਦੱਸਣੀ ਜ਼ਰੂਰੀ ਹੈ ਵੀ ਇੰਨਾ ਸਪਰਸ਼ ਚਾਹੀਦਾ। ਮੈਂ ਰੋਟੀ ਖਾਧੀ, ਇੰਟਰਕੋਰਸ ਕਰ ਲਿਆ ਤੇ ਫਿਰ ਕਹੀ ਜਾਂਦੇ ਮੈਨੂੰ ਸ਼ੂਗਰ ਹੋਈ ਜਾਂਦੀ ਹੈ, ਮੇਰੇ ਗੋਡੇ ਦੁਖੀ ਜਾਂਦੇ ਆ। ਇੰਟਰਕੋਰਸ ਕੀਤਾ, 5 ਮਿੰਟ ਬਾਅਦ ਪਾਣੀ ਪੀ ਲਿਆ, ਹਵਾ ਭਰ ਜਾਣੀ ਹੈ। ਇੰਟਰਕੋਰਸ ਕੀਤਾ, ਲੇਡੀਜ਼ ਨੇ ਪਾਣੀ ਦਾ ਗਲਾਸ ਪੀ ਲਿਆ, ਉਹਨਾਂ ਨੂੰ ਭਾਰ ਦੀ ਸ਼ਿਕਾਇਤ ਹੋ ਜਾਣੀ ਹੈ, ਬੱਚਾਦਾਨੀ ਥੱਲੇ ਆ ਜਾਣੀ ਹੈ, ਬੱਚਾਦਾਨੀ ਦਾ ਮੂੰਹ ਥੱਲੇ ਆ ਜਾਣਾ ਗਾ। ਇਹਦੇ ਨਾਲ ਚਮੜੀ ਦੇ ਰੋਗ ਲੱਗਣੇ ਸ਼ੁਰੂ ਹੋਣੇ ਆ। ਜਦੋਂ ਤੁਸੀਂ ਇੰਟਰਕੋਰਸ ਕਰ ਲਿਆ, ਉਦੋਂ ਬਾਅਦ ਨਹਾਉਣਾ ਕਿਉਂ ਜ਼ਰੂਰੀ ਹੈ, ਇਹ ਵੀ ਇੱਕ ਵੱਡਾ ਕਾਰਨ ਹੈ। ਸਕਿਨ ਨੂੰ ਕਿਵੇਂ ਸਾਫ਼ ਰੱਖਣਾ ਗਾ, ਇਹ ਵੀ ਇੱਕ ਵੱਡਾ ਕਾਰਨ ਹੈ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਅਸੀਂ ਮੈਂ ਪੂਰਾ ਇੱਕ ਲਿਟਰੇਚਰ ਬਣਾ ਰਿਹਾ। ਲੋਕਾਂ ਨੇ ਮੇਰੇ ਤੋਂ ਕਿਤਾਬਾਂ ਮੰਗਾਉਣੀਆਂ ਸ਼ੁਰੂ ਕੀਤੀਆਂ ਕਿ ਜਿਹੜਾ ਮੈਂ ਹੁਣ ਬੁੱਕ ਲਿਖੀ ਹੈ, ਤਾਂ ਤਕਰੀਬਨ ਅਸੀਂ ਲਿਟਰੇਚਰ ਜਿਹਨੂੰ ਸੈਂਡ ਕਰਦੇ ਹਾਂ, ਬਹੁਤ ਐਪਰੀਸ਼ੀਏਟ ਲੋਕਾਂ ਨੇ ਕੀਤਾ ਕਿ ਸਾਨੂੰ ਇਹ ਗੱਲਾਂ ਦਾ ਹੀ ਨਹੀਂ ਸੀ ਪਤਾ, ਜਿਨ੍ਹਾਂ ਕਰਕੇ ਅਸੀਂ ਅਸੰਤੁਸ਼ਟ ਗ੍ਰਸਤ ਕਰਦੇ ਰਹੇ ਤੇ ਅੱਜ ਸੈਕਸ ਦੇ ਮਰੀਜ਼ ਬਣ ਗਏ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਵੈਦ ਜਗਦੀਪ ਸਿੰਘ, ਜਿਨ੍ਹਾਂ ਨੇ ਪੁਰਾਣੇ ਗ੍ਰੰਥਾਂ ਦਾ ਹਵਾਲਾ ਦੇ ਕੇ ਬੜੀਆਂ ਸੁਚੱਜੀਆਂ ਗੱਲਾਂ ਜਿਹੜੀਆਂ ਉਹ ਮੈਨੂੰ ਜ਼ਾਤੀ ਤੌਰ 'ਤੇ ਲੱਗੀਆਂ ਨੇ। ਔਰ ਮੈਂ ਇਹੋ ਉਮੀਦ ਕਰਦਾ ਕਿ ਤੁਹਾਨੂੰ ਵੀ ਇਹ ਗੱਲਾਂ ਕਾਫੀ ਪਸੰਦ ਆਈਆਂ ਹੋਣਗੀਆਂ। ਫਿਰ ਵੀ ਜੇਕਰ ਕਿਸੇ ਦਾ ਕੋਈ ਸਵਾਲ ਕਿਸੇ ਦੇ ਮਨ ਦੇ ਵਿੱਚ ਇਹ ਵੀਡੀਓ ਦੇਖਣ ਤੋਂ ਬਾਅਦ ਆਉਂਦਾ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਹੈ ਜਿਹੜਾ ਉਹ ਉੱਥੇ ਲਿਖ ਦਿਓ, ਕਮੈਂਟ ਬਾਕਸ ਦੇ ਵਿੱਚ ਮੋਬਾਈਲ ਨੰਬਰ ਲਿਖ ਦਿਓ ਤੇ ਆਪਣਾ ਸਵਾਲ ਵੀ ਤੁਸੀਂ ਮੋਬਾਈਲ ਨੰਬਰ ਦੇ ਨਾਲ ਛੱਡ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਦੀ ਟੀਮ ਨੂੰ ਜਿਹੜੀ ਬੈਕਐਂਡ ਦੇ ਉੱਤੇ ਉਹ ਤੁਹਾਡੇ ਨਾਲ ਰਾਬਤਾ ਕਰਕੇ ਤੁਹਾਡੇ ਸਵਾਲ ਦਾ ਜਵਾਬ ਹੈ ਜਿਹੜਾ ਉਹ ਦੇ ਸਕਣ। ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਵੀ ਤੁਸੀਂ ਆਪਣੀ ਰਾਏ ਹੈ ਜਿਹੜੀ ਸਾਨੂੰ ਜ਼ਰੂਰ ਦਿਓ ਸਾਨੂੰ, ਕਿਉਂਕਿ ਅਗਰ ਤੁਸੀਂ ਰਾਏ ਦਿੰਦੇ ਹੋ ਸਾਨੂੰ ਹੌਸਲਾ ਅਫਜ਼ਾਈ ਸਾਡੀ ਹੁੰਦੀ ਹੈ। ਅਤੇ ਅਜਿਹੇ ਜਿਹੜੇ ਮਸਲੇ ਨੇ, ਅਜਿਹੇ ਟੌਪਿਕ ਨੇ ਜਿਹੜੇ ਜਿਨ੍ਹਾਂ 'ਤੇ ਪੰਜਾਬ ਦੇ ਵਿੱਚ ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ, ਸਾਨੂੰ ਹੌਸਲਾ ਮਿਲਦਾ। ਫਿਰ ਅਸੀਂ ਇੱਦਾਂ ਦੀ ਜਿਹੜੀ ਸੀਰੀਜ਼ ਹੈਗੀ ਹੈ, ਇੱਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਨੇ ਜਿਹੜੀਆਂ ਆਲੇ ਦੁਆਲੇ ਤੋਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਨੇ, ਉਹ ਤੁਹਾਡੇ ਅੱਗੇ ਜਿਹੜੀ ਵੈਦ ਜਗਦੀਪ ਸਿੰਘ ਉਹਨਾਂ ਦੇ ਜ਼ਰੀਏ ਪੇਸ਼ ਕਰਦੇ ਰਹੀਏ।